ਕਈ ਵਾਰ ਤਾਂ ਹੁਣ ਮੈਂ ਭੈਣਾਂ ਨੂੰ ਪੁੱਛ ਲੈਣੀ ਭਾਈ ਜਾਣਾ ਹੈ, ਕਹਿ ਦਿੰਦੀਆਂ ਨਾ ਜੀ ਨਹੀਂ ਜਾਣਾ, ਤੇ ਬੰਦਾ ਪਿੱਛੇ ਆਂਦਾ ਹੋਊ ਤਾਂ ਉਹਨੂੰ ਹੱਥ ਦੇ ਕੇ ਰੋਕਣਗੀਆਂ ਵੀ ਅਸੀਂ ਜਾਣਾ ਹੈਗਾ। ਮੈਂ ਕਈ ਵਾਰ ਤਾਂ ਕਈਆਂ ਨਾਲ ਲੜ ਵੀ ਪੈਂਦੀ ਹਾਂ, ਮੇਰੇ ਆਟੋ 'ਚ ਤੇ ਕਿਹੜੇ ਕੰਡੇ ਲੱਗੇ ਹੋਏ ਸੀ ਜਿਹੜੇ ਤੁਸੀਂ ਮੇਰੇ ਨਾਲ ਨਹੀਂ ਚੜ੍ਹਦੀਆਂ। ਇੱਕ ਵਾਰ ਆਪਣਾ ਹੱਥ ਦਿਖਾਇਓ ਪਲੀਜ਼ ਤੁਸੀਂ। ਆ ਦੇਖੋ ਇਹਨਾਂ ਨੇ ਨਾ ਗੰਨੇ ਵਾਲੀ ਮਸ਼ੀਨ ਲਾਈ ਸੀ, ਕਿਉਂਕਿ ਇਹ ਆਪਣੀ ਮਿਹਨਤ ਕਰਨੋਂ ਪਿੱਛੇ ਨਹੀਂ ਹਟੇ ਕਿ ਮੈਂ ਕਰਨੀ ਹੈ, ਚਾਹੇ ਕੋਈ ਵੀ ਕੰਮ ਕਰਾਂ, ਸਕਸੈਸ ਮਿਲੇ ਜਾਂ ਨਾ ਮਿਲੇ, ਪਰ ਕੁਛ ਨਾ ਕੁਛ ਤਾਂ ਕਰਕੇ ਕੁਛ ਕਮਾਉਣਾ ਤਾਂ ਜ਼ਰੂਰ ਹੈ ਨਾ। ਬਹੁਤ ਸਾਰੀਆਂ ਕੁੜੀਆਂ ਨੇ ਜੋ ਆਟੋ ਚਲਾਉਂਦੀਆਂ ਸਾਨੂੰ ਪੰਜਾਬ ਦੇ ਵਿੱਚ ਨਜ਼ਰ ਆਉਂਦੀਆਂ ਨੇ, ਪਰ ਸਾਨੂੰ ਇਸ ਤਰ੍ਹਾਂ ਦਾ ਪਹਿਰਾਵਾ ਨਜ਼ਰ ਨਹੀਂ ਆਉਂਦਾ। ਦਸਤਾਰ ਬੰਨੀ ਹੋਈ ਹੈ, ਕੁੜਤਾ ਪਜਾਮਾ ਪਾਇਆ ਹੋਇਆ ਹੈ। ਮੈਂ ਇਸ ਕਰਕੇ ਇਹ ਬਾਣਾ ਚੁਣਿਆ ਕਿ ਮੇਰੇ ਆਟੋ ਤੇ ਸਵਾਰੀ ਚੜ੍ਹਦੀ ਨਹੀਂ ਸੀ। ਅੱਛਾ ਹੈ ਬੰਦਿਆਂ ਨੂੰ ਹੀ ਹੱਥ ਦਿੰਦੀਆਂ ਸੀ ਸਵਾਰੀਆਂ ਹੈ, ਇਸ ਕਰਕੇ ਫਿਰ ਮੈਨੂੰ ਆਪ ਪ੍ਰੇਵਾ ਕਰਨਾ ਪਿਆ। ਕੁਛ ਮੇਰਾ ਥੋੜਾ ਜਿਹਾ ਸ਼ੌਂਕ ਵੀ ਸੀ। ਤੇ ਇਹਨੇ ਛੱਡਿਆ ਕਿਉਂ ਤੁਹਾਨੂੰ? ਉਹਨਾਂ ਨੇ ਨਹੀਂ ਛੱਡਿਆ ਜੀ, ਮੈਂ ਉਹਨਾਂ ਨੂੰ ਛੱਡਿਆ, ਕਿਉਂਕਿ ਉਹ ਨਸ਼ਾ ਬਹੁਤ ਕਰਦੇ ਸੀ, ਦਾਰੂ ਦੂਰੂ ਵਾਲੀ ਪੀਂਦੇ ਸੀ। ਇਹ ਬਸਤੀ ਵੀ ਬਹੁਤ ਹੀ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਆਲੇ ਦੁਆਲੇ ਸਾਨੂੰ ਗਰੀਬੀ ਨਜ਼ਰ ਆ ਰਹੀ ਹੈ ਨਾ, ਬਹੁਤ ਗਰੀਬੀ ਤਬਕਾ ਆ। ਤੁਹਾਡਾ ਘਰ ਵੀ ਬਹੁਤ ਛੋਟਾ ਜਿਹਾ ਬਣਿਆ ਹੋਇਆ, ਦਰਵਾਜ਼ਾ ਵੀ ਹੈ ਨਹੀਂਗਾ ਹੈ ਨਾ, ਆਲੇ ਦੁਆਲੇ ਪਸ਼ੂ ਵੀ ਫਿਰਦੇ ਨੇ। ਕਦੀ ਡਰ ਨਹੀਂ ਲੱਗਾ ਇੱਥੇ ਘਰ 'ਚ ਰਾਤ ਨੂੰ ਸੌਣ ਲੱਗੇ? ਹੁਣ ਮੇਰੀ ਗੱਲ ਸੁਣੋ, ਹੁਣ ਇੰਨੇ ਸ਼ਹਿਰ 'ਚ ਇੰਨੀ ਮਹਿੰਗਾਈ ਆ ਕਿ ਅਗਲਾ ਆਪਦਾ ਰੋਟੀ ਦਾ ਟਾਈਮ ਪਾਸ ਮਸਾ ਕਰ ਸਕਦਾ ਜੀ, ਹੈ ਨਾ। ਤੇ ਹੁਣ ਸ਼ਹਿਰ 'ਚ ਗਜਾਂ ਦੇ ਹਿਸਾਬ ਨਾਲ, ਫੁੱਟਾਂ ਦੇ ਹਿਸਾਬ ਨਾਲ ਜਗ੍ਹਾ ਮਿਲਦੀ ਹੈ ਨਾ, ਤੇ ਆਪਾਂ ਉਨੀ ਮਹਿੰਗੀ ਜਗ੍ਹਾ ਲੈ ਨਹੀਂ ਸਕਦੇ ਸੀਗੇ। ਆਪਾਂ ਤਾਂ ਕਹਿੰਦੇ ਆ ਵੀ ਹਿੰਮਤ ਰੱਖਣੀ ਚਾਹੀਦੀ ਹੈ, ਜੇ ਬੰਦਾ ਹਾਰ ਹੀ ਗਿਆ ਤੇ ਫਿਰ ਉਹ ਤੁਸੀਂ ਕਦੇ ਕੋਈ ਦਿਨ ਆਇਆ ਤੁਸੀਂ ਕਦੇ ਬਹੁਤ ਟੁੱਟੇ ਹੋਵੋ? ਹਾਂ ਜੀ, ਕਦੇ ਕਦੇ ਹੋ ਜਾਂਦਾ ਵੀ ਕੀ ਜੀ ਕੇ ਕਰਨਾ, ਫਿਰ ਮਰਿਆ ਵੀ ਤਾਂ ਨਹੀਂ ਨਾ ਜਾਂਦਾ। ਬੰਦਾ ਕਿੰਨਾ ਵੀ ਦੁਖੀ ਤੋਂ ਦੁਖੀ ਹੋਵੇ, ਉਹ ਵੀ ਦੁਨੀਆ ਛੱਡ ਕੇ ਜਾਣ ਨੂੰ ਕਿਸੇ ਦਾ ਵੀ ਨਹੀਂ ਜੀ ਕਰਦਾ ਹੈ ਨਾ, ਤੇ ਪਰ ਹਿੰਮਤ ਰੱਖਦੇ ਆ ਜੀ। ਉਹਨਾਂ ਨੇ ਵਿਚਾਰਿਆਂ ਨੇ ਉੱਥੋਂ ਰਾਮਪੁਰੇ ਤੋਂ ਚੱਲ ਕੇ ਆਏ ਮੇਰੀ ਖਾਤਰ, ਫਿਰ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ, ਫਿਰ ਗੱਡੀ ਦਾ ਭਾਲ ਭਲਾਈਆ ਕੀਤਾ, ਫਿਰ ਵਿਚਾਰਿਆਂ ਨੇ ਖਰੀਦ ਕੇ ਦਿੱਤੀ ਮੈਨੂੰ। ਹਾਂਜੀ, ਤੇ ਆਪਾਂ ਤਾਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰ ਮਨਾਉਂਦੇ ਆ ਜੀ। ਤੇ ਭੈਣ ਜੀ ਤਾਂ ਆਪਾਂ ਗਾਉਣੀ ਗਾਉਣੇ ਆ। ਮੈਂ ਤਾਂ ਅੰਦਰ ਵੀ ਕਮਰੇ 'ਚ ਲਿਖਾ ਰੱਖਿਆ ਮੈਡਮ ਦਾ ਨਾਮ। ਮੈਂ ਜ਼ਿਆਦਾਤਰ ਬਸਤੀਆਂ 'ਚ ਹੀ ਰਹਿੰਦੀ ਹਾਂ, ਜਿਵੇਂ ਬਸਤੀ 'ਚ ਇੱਥੋਂ ਅਮਰਪੁਰਾ 'ਚੋਂ ਸਿਰਕੀ ਬਾਜ਼ਾਰ ਹੋ ਗਿਆ, ਗੋਲ ਡੱਗੀ ਹੋ ਗਈ, ਐਂ ਬਾਜ਼ਾਰ 'ਚ ਜੇ ਜ਼ਿਆਦਾ ਰਹਿੰਦੀ ਹਾਂ, ਕਿਉਂਕਿ ਬੱਸ ਅੱਡੇ ਵਾਲੇ ਸਵਾਰੀ ਚੱਕਣ ਨਹੀਂ ਦਿੰਦੇ। ਉੱਧਰ ਸੜਕਾਂ ਵੀ ਬੇਕਾਰ ਬਣੀਆਂ ਹੋਈਆਂ, ਨਾਲੇ ਹੁਣ ਤਾਂ ਦਿਹਾੜੀ ਵੀ 300 ਰੁਪਈਆ, ਉਸ ਟਾਈਮ ਤਾਂ 55 ਰੁਪਏ ਦਿਹਾੜੀ ਦੇ ਸੀਗੇ, ਪਰ ਉਹਨਾਂ ਟਾਈਮਾਂ 'ਚ ਸਮਾਨ ਸਸਤਾ ਹੁੰਦਾ ਸੀ, 1500 ਨਾਲ ਘਰ ਭਰ ਜਾਂਦਾ ਸੀ ਸਮਾਨ ਦਾ ਹੈ, ਤੇ ਹੁਣ ਤਾਂ 4000 ਲੈ ਜੋ ਤਾਂ ਵੀ ਨਹੀਂ ਘਰ ਭਰਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਅਕਸਰ ਅਸੀਂ ਜੇ ਅਮੀਰੀ ਦੀ ਗੱਲ ਕਰੀਏ ਤਾਂ ਅਮੀਰੀ ਮਹਿਲਾਂ ਦੇ ਵਿੱਚ ਵੀ ਉਦਾਸ ਬੈਠੀ ਹੁੰਦੀ ਹੈ। ਅਸੀਂ ਗਰੀਬੀ ਦੀ ਗੱਲ ਕਰੀਏ ਤਾਂ ਗਰੀਬੀ ਕਈ ਵਾਰ ਸਾਨੂੰ ਸੜਕਾਂ 'ਤੇ ਹੱਸਦੀ ਫਿਰਦੀ ਵੀ ਜਿਹੜੀ ਹੈ ਦਿਖਾਈ ਦਿੰਦੀ ਹੈ। ਅੱਜ ਇੱਥੇ ਨਾ ਅਮੀਰੀ ਅਤੇ ਗਰੀਬੀ ਦੀ ਗੱਲ ਵੀ ਕਰਾਂਗੇ, ਪਰ ਦੂਸਰੇ ਪਾਸੇ ਜਿੱਥੇ ਗੱਲ ਹੋਏਗੀ ਕਿ ਹਿੰਮਤ ਔਰ ਦਲੇਰੀ ਦੀ, ਇੱਕ ਮਰਦ ਪ੍ਰਧਾਨ ਦੇਸ਼ ਦੇ ਵਿੱਚ ਔਰਤਾਂ ਦੇ ਵੱਲੋਂ ਕੀਤੀ ਜਾ ਰਹੀ ਤਰੱਕੀ ਦੀ ਗੱਲ ਕਰਾਂਗੇ। ਸੋ ਮੇਰੇ ਨਾਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਇਹ ਭੈਣ ਇਸ ਵੇਲੇ ਆਟੋ ਦੀ ਜਿਹੜੀ ਸਾਫ਼ ਸਫਾਈ ਕਰ ਰਹੇ ਨੇ। ਇਹ ਭੈਣ ਹੈ, ਤਸਵੀਰ ਦੇਖ ਤੁਹਾਨੂੰ ਲੱਗੇਗਾ ਕਿ ਸ਼ਾਇਦ ਕਿਸੇ ਵਿਅਕਤੀ ਦੇ ਨਾਲ ਤੁਹਾਡੀ ਗੱਲਬਾਤ ਹੋਵੇਗੀ ਜਾਂ ਕਿਸੇ ਮਰਦ ਨਾਲ ਅਸੀਂ ਇੰਟਰਵਿਊ ਕਰਾਂਗੇ। ਨਹੀਂ, ਇਹ ਸ਼ਿੰਦਰਪਾਲ ਕੌਰ ਨੇ। ਸ਼ਿੰਦਰਪਾਲ ਹੈ ਜੋ ਅਮਰਪੁਰਾ ਬਸਤੀ ਬਠਿੰਡੇ 'ਚ ਰਹਿੰਦੇ ਨੇ ਔਰ ਇਸ ਦੌਰਾਨ ਇਹ ਆਟੋ ਚਲਾਉਂਦੇ ਨੇ। ਗੱਲਬਾਤ ਕਰਦੇ ਹਾਂ, ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ ਆਪ ਜੀ? ਬਹੁਤ ਵਧੀਆ ਜੀ। ਜੀ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਕਿ ਤੁਸੀਂ ਅੱਜ ਇੱਕ ਔਰਤ ਵਾਲਾ ਜਿਹੜਾ ਲਿਬਾਸ ਛੱਡ ਕੇ ਮਰਦਾਂ ਵਾਲੇ ਲਿਬਾਸ ਦੇ ਵਿੱਚ ਆਟੋ ਚਲਾਉਂਦੇ ਹੋ। ਹਾਲਾਂਕਿ ਬਹੁਤ ਸਾਰੀਆਂ ਕੁੜੀਆਂ ਨੇ ਜੋ ਆਟੋ ਚਲਾਉਂਦੀਆਂ ਸਾਨੂੰ ਪੰਜਾਬ ਦੇ ਵਿੱਚ ਨਜ਼ਰ ਆਉਂਦੀਆਂ ਨੇ, ਪਰ ਸਾਨੂੰ ਇਸ ਤਰ੍ਹਾਂ ਦਾ ਪਹਿਰਾਵਾ ਨਜ਼ਰ ਨਹੀਂ ਆਉਂਦਾ। ਦਸਤਾਰ ਬੰਨੀ ਹੋਈ ਹੈ, ਕੁੜਤਾ ਪਜਾਮਾ ਪਾਇਆ ਹੋਇਆ ਹੈ। ਪਤਾ ਜੀ ਕੀ ਗੱਲ ਹੈ, ਆਪਣੇ ਬਠਿੰਡੇ ਸ਼ਹਿਰ 'ਚ ਕੋਈ ਲੇਡੀਜ਼ ਆਟੋ ਨਹੀਂ ਚਲਾਉਂਦੀ। ਗੱਡੀਆਂ ਵੀ ਲਈ ਫਿਰਦੀਆਂ, ਸਕੂਟਰੀਆਂ ਵੀ ਲਈ ਫਿਰਦੀਆਂ, ਸਾਰਾ ਕੁਛ ਲਈ ਫਿਰਦੀਆਂ, ਪਰ ਆਟੋ ਨਹੀਂ ਕੋਈ ਕੁੜੀ ਚਲਾਉਂਦੀ। ਤੇ ਮੈਂ ਇਸ ਕਰਕੇ ਇਹ ਬਾਣਾ ਚੁਣਿਆ ਕਿ ਮੇਰੇ ਆਟੋ ਤੇ ਸਵਾਰੀ ਚੜ੍ਹਦੀ ਨਹੀਂ ਸੀ। ਅੱਛਾ ਹੈ ਬੰਦਿਆਂ ਨੂੰ ਹੀ ਹੱਥ ਦਿੰਦੀਆਂ ਸੀ ਸਵਾਰੀਆਂ ਹੈ, ਇਸ ਕਰਕੇ ਫਿਰ ਮੈਨੂੰ ਆਪ ਪ੍ਰੇਵਾ ਕਰਨਾ ਪਿਆ। ਕੁਛ ਮੇਰਾ ਥੋੜਾ ਜਿਹਾ ਸ਼ੌਂਕ ਵੀ ਸੀ, ਪੱਗ ਬੰਨਣ ਦਾ ਸ਼ੁਰੂ ਤੋਂ ਸ਼ੌਂਕ ਸੀਗਾ। ਤੇ
ਬਾਕੀ ਇਹ ਕੀਤਾ ਹੀ ਮੈਂ ਬੰਦੇ ਵਾਲਾ ਚੁਣ ਲਿਆ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ੍ਹ ਟਾਈਮ ਖਰਾਬ ਹੈ ਇਸ ਕਰਕੇ ਫਿਰ ਮੈਂ ਪੱਗ ਇਸਤੇਮਾਲ ਕਰਦੀ ਹਾਂ। ਅੱਛਾ ਤੁਸੀਂ ਕਹਿ ਰਹੇ ਹੋ ਕਿ ਜ਼ਿਆਦਾਤਰ ਜਿਹੜੀਆਂ ਔਰਤਾਂ ਨੇ ਉਹ ਤੁਹਾਡੇ ਆਟੋ 'ਚ ਨਹੀਂ ਬੈਠਦੀਆਂ ਜ਼ਿਆਦਾਤਰ ਜ਼ਿਆਦਾਤਰ ਹੁੰਦਾ ਸੀ ਵੀ ਖਰੇ ਸਿੱਖੀ ਵੀ ਹੈ ਕਿ ਨਹੀਂ ਕਿਸੇ ਦੇ ਵਿੱਚ ਨਾ ਮਾਰੇ ਤਾਂ ਕਰਕੇ ਉਹ ਚੜ੍ਹਦੀਆਂ ਹੀ ਡਰਦੀਆਂ। ਕਈ ਵਾਰ ਤਾਂ ਹੁਣ ਮੈਂ ਭੈਣਾਂ ਨੂੰ ਪੁੱਛ ਲੈਣੀ ਭਾਈ ਜਾਣਾ ਹੈ ਕਹਿ ਦਿੰਦੀਆਂ ਨਾ ਜੀ ਨਹੀਂ ਜਾਣਾ ਤੇ ਬੰਦਾ ਪਿੱਛੇ ਆਂਦਾ ਹੋਊ ਤਾਂ ਉਹਨੂੰ ਹੱਥ ਦੇ ਕੇ ਰੋਕਣਗਾ ਵੀ ਅਸੀਂ ਜਾਣਾ ਹੈਗਾ। ਮੈਂ ਕਈ ਵਾਰ ਤਾਂ ਕਈਆਂ ਨਾਲ ਲੜ ਵੀ ਪੈਂਦੀ ਹੈ ਮੇਰੇ ਆਟੋ 'ਚ ਤੇ ਕਿਹੜੇ ਕੰਡੇ ਲੱਗੇ ਹੋਏ ਸੀ ਜਿਹੜੇ ਤੁਸੀਂ ਮੇਰੇ ਨਾਲ ਨਹੀਂ ਚੜ੍ਹਦੀਆਂ। ਹੁਣ ਕਈ ਭੈਣਾਂ ਨੇ ਵਿਚਾਰੀਆਂ ਸਾਥ ਦਿੰਦੀਆਂ ਫੋਨ ਨੰਬਰ ਦਿੱਤੇ ਵੇ ਉਹਨਾਂ ਨੂੰ ਤੇ ਹੁਣ ਮਦਦ ਕਰਦੀਆਂ ਨੇ ਭੈਣਾਂ ਮਾੜੀ ਮੋਟੀ। ਅੱਛਾ ਕਈ ਵਾਰ ਐ ਵੀ ਹੁੰਦਾ ਹੋਏਗਾ ਫਿਰ ਤੁਸੀਂ ਕੋਈ ਜੋ ਹੈ ਭੁੱਲ ਭੁਲੇਖੇ ਇੱਕ ਕੁੜੀ ਜਾਂ ਔਰਤ ਚੜ ਵੀ ਜਾਵੇ ਹਾਂ ਕਈ ਵਾਰ ਭੁਲੇਖਾ ਪੈ ਜਾਂਦਾ ਅਗਲੀਆਂ ਨੂੰ ਵਿੱਚ ਵਿੱਚ ਹੌਲੀ ਹੌਲੀ ਜੇ ਸਹਿ ਕੇ ਜੇ ਗੱਲਾਂ ਕਰਨੀਆਂ ਫਿਰ ਮੈਂ ਦੱਸ ਦਿੰਦੀ ਹਾਂ ਭੈਣ ਜੀ ਮੈਂ ਵੀ ਤੁਹਾਡੇ ਵਰਗੀ ਆ ਭੈਣ ਆ ਮੈਂ ਵੀ ਤੇ ਵੀ ਤੁਸੀਂ ਖੁੱਲ ਕੇ ਗੱਲ ਕਰੋ ਜਿਹੜੀ ਕਰਨੀ ਆ। ਕਈ ਕਈ ਤਾਂ ਕਹਿਣਗੇ ਇਹ ਬੰਦਾ ਹੈ ਕਿ ਬੁੜੀ ਹੈ ਕੁਛ ਸ਼ਰਾਬ ਵਿੱਚ ਵੀ ਕਰੀ ਜਾਣਗਾ ਵੈਸੇ ਮੇਰੇ ਬੋਲ ਤੋਂ ਪਤਾ ਲੱਗਦਾ ਵੀ ਮੈਂ ਕੁੜੀ ਹਾਂ। ਬਿਲਕੁਲ ਜੀ ਹਾਂ ਉਹ ਨਹੀਂ ਪਤਾ ਲੱਗਦਾ ਜੀ 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 ਬਿਲਕੁਲ ਉਹ ਕਦੀ ਤੋਲ ਮੂਲ ਵੀ ਕਰਦੀਆਂ ਹੋਣਗੀਆਂ ਕਿ ਨਹੀਂ ਤੁਸੀਂ ਇੱਕ ਔਰਤ ਹੋ ਕਿਉਂਕਿ ਅਕਸਰ ਕੁੜੀਆਂ ਦੀ ਜਾਂ ਨਾ ਜਨਾਨੀਆਂ ਦੀ ਗੱਲ ਕਰੀਏ ਨਾ ਬਾਰਗੇਨਿੰਗ ਬਹੁਤ ਕਰਦੀਆਂ ਹੁੰਦੀਆਂ ਚਾਹੇ ਸੂਟ ਲੈਣ ਚਲੀਆਂ ਜਾਣ ਚਾਹੇ ਕਿਰਾਇਆ ਹੋਵੇ ਚਾਹੇ ਸਬਜ਼ੀ ਦੇ ਭਾਅ ਹੋਣ ਨਾ ਕਹਿ ਦਿੰਦੀਆਂ ਨੇ ਵੀ ਜੇ ਦੋ ਜਣੀਆਂ ਵੈਸੇ ਹੁਣ ਤੇਲ ਮਹਿੰਗਾ ਹੋਇਆ ਪਿਆ ਜੀ ਤੇ 20 ਰੁਪਏ ਸਵਾਰੀ ਹੈ ਅੱਗੇ ਪਹਿਲਾਂ 10 ਰੁਪਏ ਜਿੱਥੋਂ ਮਰਜ਼ੀ ਬਠਿੰਡੇ ਚੋਂ ਜਿੱਥੋਂ ਮਰਜ਼ੀ ਚੜ੍ਹ ਜਾਓ 10 ਰੁਪਏ ਲੈਂਦੇ ਸੀ ਹੁਣ 20 ਰੁਪਏ ਸਵਾਰੀ ਤਾਂ ਹੈਗੀ ਹੈ। ਜੇ ਦੋ ਜਣੀਆਂ ਤਾਂ ਮੈਨੂੰ ਆਖਣਗੀਆਂ 30 ਲੈ ਲਈ ਨਾ ਭੈਣੇ ਸਾਡੇ ਤੋਂ ਮੈਂ ਤੁਸੀਂ ਸਿੱਧੇ 50 ਦੇ ਦਿਆ ਕਰੋ ਨਾ ਮੈਨੂੰ ਹੈ ਬਥੇਰਾ ਕਹਿੰਦੀ ਆ ਪਰ ਜਿਹੜੀਆਂ ਸਮਝਦਾਰ ਆ ਉਹ ਤਾਂ 20 ਦਿੰਦੀਆਂ ਕਿਰਾਏ ਦੀ ਤੇ ਕਈ ਬਸ ਕੋਈ 10 ਦੇਗੀ ਕੋਈ 20 ਦੇਗੀ ਐ ਦਿੰਦੀਆਂ ਕਿਰਾਇਆ। ਤੁਸੀਂ ਪੜ੍ਹੇ ਹੋ ਨਹੀਂ ਜੀ ਅਨਪੜ੍ਹ ਹੈ। ਅੱਛਾ ਜੇ ਗੱਲ ਕਰੀਏ ਤਾਂ ਆਟੋ ਵਾਲਾ ਕਿੱਤਾ ਚੁਣਨ ਦੀ ਇਹ ਤੁਹਾਨੂੰ ਜ਼ਰੂਰਤ ਕਿਉਂ ਪਈ ਹੈ? ਜ਼ਰੂਰਤ ਐ ਸੀ ਜੀ ਪਹਿਲਾਂ ਮੈਂ ਨਾ ਜਦੋਂ ਮੈਂ ਆਪਦੇ ਸਹੁਰੇ ਘਰ ਤੋਂ ਆਈ ਸੀ ਤਲਾਕ ਲੈ ਕੇ ਮੈਂ ਇੱਥੇ ਆਪਦੀ ਮਾਤਾ ਜੀ ਦੇ ਨਾਲ ਰਹਿੰਦੀ ਹਾਂ ਪੇਕਿਆਂ ਦੇ ਘਰੇ ਹਾਂ ਮੈਂ ਇੱਥੇ ਤੇ ਉਸ ਤੋਂ ਬਾਅਦ ਨਾ ਮੈਂ 12-13 ਸਾਲ ਲਗਾਤਾਰ ਮੈਂ ਦਿਹਾੜੀ ਕੀਤੀ ਮਿਸਤਰੀਆਂ ਨਾਲ। ਫਿਰ ਮੈਂ ਲਗਾਤਾਰ 12-13 ਸਾਲ ਹੀ ਮੈਂ ਇੱਥੇ ਡੱਬ ਵਾਲੀ ਰੋਡ ਤੇ ਢਾਬਾ ਕੀਤਾ ਸੀ। ਅੱਛਾ ਜੀ ਚਾਹ ਦਾ ਰੋਟੀ ਪਾਣੀ ਦਾ ਨਾਲ ਵਿੱਚ ਕੰਮ ਮੈਂ ਉਹਦਾ ਵੀ ਚਲਾ ਲਿਆ ਸੀਗਾ ਆਹ ਜੂਸ ਦਾ ਗੰਨੇ ਵਾਲੀ ਮਸ਼ੀਨ ਲੈ ਲਈ ਸੀਗੀ ਤੇ ਉਹਦੇ ਵਿੱਚ ਆ ਮੇਰੀ ਉਂਗਲ ਆ ਗਈ ਸੀਗੀ। ਫਿਰ ਮਤਲਬ ਮੈਂ 9000 ਦੀ ਲੈ ਕੇ ਮੈਂ 4000 ਚ ਵੇਚਤੀ ਸੀਗੀ ਫਿਰ ਹਾਂਜੀ ਹਾਂ ਫਿਰ ਪਰ ਤੁਸੀਂ ਕਿਉਂਕਿ ਹਿੰਮਤ ਨਹੀਂ ਹਾਰੀ ਮੈਂ ਦਿਖਾਣਾ ਚਾਹਾਂਗੀ ਜ਼ਰੂਰ ਇੱਕ ਵਾਰ ਆਪਣਾ ਹੱਥ ਦਿਖਾਇਓ ਪਲੀਜ਼ ਤੁਸੀਂ ਆ ਦੇਖੋ ਇਹਨਾਂ ਨੇ ਨਾ ਗੰਨੇ ਵਾਲੀ ਮਸ਼ੀਨ ਲਾਈ ਸੀ ਕਿਉਂਕਿ ਇਹ ਆਪਣੀ ਮਿਹਨਤ ਕਰਨੋਂ ਪਿੱਛੇ ਨਹੀਂ ਹਟੇ ਕਿ ਮੈਂ ਕਰਨੀ ਹੈ ਚਾਹੇ ਕੋਈ ਵੀ ਕੰਮ ਕਰਾਂ ਸਕਸੈਸ ਮਿਲੇ ਜਾਂ ਨਾ ਮਿਲੇ ਪਰ ਕੁਛ ਨਾ ਕੁਛ ਤਾਂ ਕਰਕੇ ਕੁਛ ਕਮਾਉਣਾ ਤਾਂ ਜ਼ਰੂਰ ਹੈ ਹਨਾ। ਸੋ ਜਿਸ ਕਰਕੇ ਇਹਨਾਂ ਨੇ ਹਨਾ ਮਿਹਨਤ ਇੰਨੀ ਕੀਤੀ ਔਰ ਆਪਣਾ ਹੱਥ ਜਿਹੜੀ ਉਂਗਲ ਹੈ ਕੱਟੀ ਗਈ ਉਹ ਉਂਗਲ ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ ਤਜਰਬਾ ਨਹੀਂ ਹੋਣਾ ਤੁਹਾਨੂੰ ਹਨਾ। ਆਏ ਸੀ ਉਹ ਕਾਲ ਚੋਂ ਗੰਨੇ ਦੇ ਲੱਗੇ ਪਏ ਸੀ ਫੁਲਕ ਤੇ ਉਹ ਉਂਗਲ ਨਾਲ ਹੀ ਲਾਣ ਲੱਗ ਗਈ ਉਹ ਕਿਤੇ ਧਿਆਨ ਮਾੜਾ ਮੋਟਾ ਇੱਧਰ ਉੱਧਰ ਹੋ ਗਿਆ ਤੇ ਬਸ ਉਹਦੇ ਨਾਲ ਇੰਨੀ ਕੁ ਉਂਗਲ ਚਲੀ ਗਈ ਤੇ ਖਿੱਚਦੀ ਦੋ ਟੋਟੇ ਕਰਤੇ ਉਹਨੇ ਤੇ ਉਹ ਤਾਂ ਜ਼ੋਰ ਸੀ ਉਦੋਂ ਖਿੱਚ ਲਿਆ ਨਹੀਂ ਤਾਂ ਸਾਰਾ ਹੱਥ ਜਾਂਦਾ। ਫਿਰ ਉਸ ਟਾਈਮ ਕਮਜ਼ੋਰੀ ਵਾਲੀ ਸੀ ਖੂਨ ਖਾਨ ਤਾਂ ਦੇਖਣ ਵਾਸਤੇ ਹੀ ਨਹੀਂ ਨਿਕਲਿਆ ਕੁਛ ਡਾਕਟਰਾਂ ਨੇ ਫਿਰ ਆ ਗੰਢ ਡਾਕਟਰਾਂ ਨੇ ਕੱਢਤੀ ਕਹਿੰਦੇ ਨਹੀਂ ਰੇਸ਼ਾ ਪੈ ਸਕਦਾ ਤਾਂ ਕਰਕੇ ਇਹ ਫਿਰ ਤੁਸੀਂ ਕਹਿੰਦੇ ਕਿ ਮਜ਼ਦੂਰੀ ਵੀ ਕੀਤੀ ਆ ਕਿੱਥੇ ਕਰਦੇ ਰਹੇ ਹੋ ਮਜ਼ਦੂਰੀ? ਇੱਥੇ ਬਠਿੰਡੇ 'ਚ ਜੀ ਦਿਹਾੜੀ ਕੀਤੀ ਮਿਸਤਰੀਆਂ ਨਾਲ ਉਦੋਂ 55 ਰੁਪਏ ਦਿਹਾੜੀ ਹੁੰਦੀ ਸੀਗੀ। ਅੱਛਾ ਜੀ ਹਾਂਜੀ ਤੇ ਬਹੁਤ ਸਾਲ ਮੈਂ ਕੰਮ ਕੀਤਾ ਦਿਹਾੜੀ ਦਾ ਤੇ ਭੱਠੇ ਤੇ ਵੀ ਅਸੀਂ ਕੰਮ ਕਰਦੇ ਰਹੇ ਹਾਂ ਪਹਿਲਾਂ ਮੇਰੀ ਭਰਜਾਈ ਕੰਮ ਕਰਦੀ ਸੀਗੀ ਤੇ ਉਹਨੇ ਸਾਨੂੰ ਭੱਠੇ ਦਾ ਵੀ ਲਾਤਾ ਸੀਗਾ ਕੰਮ ਕਰ। ਵਿਆਹ ਕਦੋਂ ਹੋਇਆ ਸੀ ਤੁਹਾਡਾ? ਵਿਆਹ ਸਾਡੇ ਨੂੰ ਹੋ ਗਏ ਜੀ ਘੱਟੋ ਘੱਟ 30 ਕੁ ਸਾਲ ਹੋ ਗਏ ਹੋਣਗੇ ਵਿਆਹ ਹੋਏ ਨੂੰ ਕਿਉਂਕਿ ਮੈਂ 13 ਸਾਲਾਂ ਦੀ ਸੀ ਜਦੋਂ ਮੇਰੀ ਵਿਆਹ ਹੋ ਗਿਆ ਸੀਗਾ। ਅੱਛਾ ਛੋਟੀ ਉਮਰ 'ਚ ਛੋਟੀ ਉਮਰ 'ਚ ਹੀ ਕਰਤਾ ਸੀ ਤੇ ਮੈਂ 8 ਕੁ ਸਾਲ ਸਹੁਰੀ ਰਹੀ ਹਾਂ ਜੀ 8 ਸਾਲਾਂ ਵਿੱਚ ਦੀ 4 ਬੱਚੇ ਹੋਏ ਮੇਰੇ। ਉਹ ਅੱਛਾ ਹੈਂ 2 ਮੁੰਡੇ 2 ਗੁੜੀਆਂ ਤੇ 2 ਮੁੰਡੇ ਮਰ ਗਏ ਮੇਰੇ ਇੱਕ ਬੇਟੀ ਮਰ ਗਈ ਇੱਕ ਬੇਟੀ ਕੋਲੇ ਆ ਹੁਣ ਉਹਦਾ ਹੁਣ ਵਿਆਹ ਕਰਤਾ ਜੀ। ਪਤੀ ਨੇ ਛੱਡਿਆ ਕਿਉਂ ਤੁਹਾਨੂੰ? ਉਹਨਾਂ ਨੇ ਨਹੀਂ ਛੱਡਿਆ ਜੀ ਮੈਂ ਉਹਨਾਂ ਨੂੰ ਛੱਡਿਆ ਕਿਉਂਕਿ ਉਹ ਨਸ਼ਾ ਬਹੁਤ ਕਰਦੇ ਸੀ ਦਾਰੂ ਦੂਰੂ ਵਾਲੀ ਪੀਂਦੇ ਸੀ। ਇੱਕ ਤਾਂ ਹੁੰਦਾ ਬੰਦਾ ਖਾ ਪੀ ਕੇ ਆਰਾਮ ਨਾਲ ਪੈ ਜੇ ਇੱਕ ਬੰਦਾ ਨੇ ਡਰਾਮੇ ਜੇ ਕਰੀ ਜਾਣੇ ਉਹ ਭੈੜਾ ਲੱਗਦਾ ਕਿਉਂਕਿ ਨਾਲੇ ਤਾਂ ਉਹ ਆਪ ਲੋਕਾਂ ਤੋਂ ਗਾਲਾਂ ਲੈਂਦੇ ਆ ਨਾਲੇ ਆਪਦੇ ਪੈਂਪਰਾਂ ਨੂੰ ਦਬਾਉਂਦੇ ਆ ਘਰਦਿਆਂ ਨੂੰ। ਇਸ ਕਰਕੇ ਮੈਂ ਘਰਦਿਆਂ ਨੂੰ ਕਿਹਾ ਵੀ ਜੀ ਮੈਂ ਤਾਂ ਇਹ ਬੰਦੇ ਤੋਂ ਮੇਰਾ ਖਹਿੜਾ ਛਡਾ ਦਿਓ ਮੈਂ ਤਾਂ ਆਪਦਾ ਕਰਕੇ ਖਾ ਲੂੰਗੀ। ਤੇ ਮੇਰੀ ਗੁੜੀਆ 8 ਮਹੀਨਿਆਂ ਦੀ ਸੀ ਜਦੋਂ ਮੈਂ ਇੱਥੇ ਆਪਦੇ ਪੇਕਿਆਂ ਦੇ ਘਰੇ ਲੈ ਕੇ ਆ ਗਈ ਸੀ ਫਿਰ ਉਹਨੂੰ ਇੱਥੇ ਹੀ ਪਾਲਿਆ ਪਲੋਸਿਆ ਤੇ ਵਿਆਹਿਆ।
ਬਥੇਰਾ ਜ਼ੋਰ ਲਾਇਆ ਕੁੜੀ ਨੂੰ ਵੀ ਪੜ ਜਾਵੇ, ਪੜ੍ਹੀ ਨਹੀਂ, ਪਰ ਕੁੜੀ ਵੀ ਮੇਰੀ ਤਰ੍ਹਾਂ ਅਨਪੜ੍ਹ ਹੀ ਰਹੇਗੀ। ਤੇ ਹੁਣ ਵਿਚਾਰੀ ਆਪਦੇ ਘਰੇ ਸੌਖੀ ਹੈ ਜੀ। ਤੇ ਉਹਨੂੰ ਵੀ 10-11 ਸਾਲ ਹੋ ਗਏ ਸੀ ਵਿਆਹੀ ਨੂੰ, ਬੱਚਾ ਨਹੀਂ ਹੋਇਆ ਸੀ। ਹੁਣ ਬੱਚਾ ਹੋਣ ਵਾਲਾ ਹੈ, ਪਰਮਾਤਮਾ ਨੇ ਸੁਣੀ ਹੈ ਜੀ। ਜੀ ਤੁਸੀਂ ਮਜ਼ਦੂਰੀ ਵੀ ਕਰਦੇ ਹੋ, ਫਿਰ ਤੁਸੀਂ ਢਾਬੇ ਤੇ ਕੰਮ ਕਰਦੇ ਹੋ। ਢਾਬੇ ਤੇ ਕਿੱਦਾਂ ਦਾ ਕੰਮ ਕੀਤਾ ਢਾਬੇ ਤੇ? ਢਾਬੇ ਤੇ ਜੀ ਚਾਹ ਦਾ ਕੰਮ ਤੋਰ ਰੱਖਿਆ ਸੀਗਾ ਮੈਂ, ਰੋਟੀ ਦਾ ਵੀ ਕੰਮ ਚਲਾ ਰੱਖਿਆ ਸੀ। ਉੱਥੇ ਕੋਈ ਫੈਕਟਰੀ ਸੀਗੀ, ਡਰਾਈਵਰ ਡਰੂਵਰ ਆਉਂਦੇ ਰਹਿੰਦੇ ਸੀ। ਕੰਮ ਮੇਰਾ ਬਹੁਤ ਵਧੀਆ ਚੱਲਦਾ ਸੀ, ਰੋਜ਼ ਦੀ ਸੇਲ 2-3000 ਰੁਪਈਆ ਹੁੰਦੀ ਸੀ ਮੇਰੀ। ਤੇ ਪਰ ਫਿਰ ਹੁਣ ਪੁਲ ਬਣ ਗਿਆ ਜੀ, ਉੱਥੇ ਪੁਲ ਕਰਕੇ ਕੰਮ ਖਰਾਬ ਹੋ ਗਿਆ ਮੇਰਾ ਤਾਂ। ਫਿਰ 2 ਸਾਲ ਮੈਂ ਘਰੇ ਬੈਠੀ ਤੇ ਫਿਰ ਮੇਰੀ ਮਾਤਾ ਜੀ ਸੀਗੀ, ਤੇ ਉਹ ਫਿਰ ਨਰਮਾ ਨੁਰਮਾ ਚੁਗਣ ਜਾਵੜਿਆ ਕਰਦੀ ਸੀਗੀ। ਫਿਰ ਇੱਥੇ ਮੇਰੀ ਸਹੇਲੀ ਸੀ, ਉਹਨੇ ਮੈਨੂੰ ਆਖਿਆ ਵੀ ਤੂੰ ਆਟੋ ਸਿੱਖ ਲਾ, ਕਹਿੰਦੀ ਆਟੋ ਚਲਾ ਲਿਆ ਕਰ। ਰੋਤਕ 'ਚ ਕਹਿੰਦੀ ਸਾਰੀਆਂ ਬੁੜੀਆਂ ਹੀ ਚਲਾਉਂਦੀਆਂ। ਫਿਰ ਮੈਂ ਆਟੋ ਲੈ ਲਿਆ ਜੀ, 40,000 ਦਾ ਲਿਆ ਸੀਗਾ ਜੀ। ਤੇ ਮੈਂ 5100 ਰੁਪਈਆ ਕਿਸ਼ਤ ਭਰਦੀ ਸੀਗੀ ਉਹਦੀ, ਤੇ 19 ਕਿਸ਼ਤਾਂ ਭਰਤੀਆਂ ਸੀਗੀਆਂ। ਤੇ ਉਹ ਬਸ ਮੰਮੀ ਢਿੱਲੀ ਹੋ ਗਈ ਸੀ, ਮੈਂ ਢਿੱਲੀ ਹੋ ਗਈ ਸੀ, ਕਿਸ਼ਤ ਨਹੀਂ ਭਰੀ ਗਈ, ਤੇ ਉਹ ਫੜ ਕੇ ਲੈ ਗਏ ਸੀਗੇ ਫੈਂਸ ਵਾਲੇ। ਅੱਛਾ। ਹਾਂਜੀ। ਤੇ ਫਿਰ ਇਹ ਮੈਂ ਨਾ ਹੁਣ ਇੰਟਰਵਿਊ ਦਿੱਤੀ ਸੀਗੀ, ਤੇ ਆ ਬਾਹਰੋਂ ਮੈਨੂੰ ਗਿਫਟ ਮਿਲਿਆ ਵਾ ਕੈਨੇਡਾ ਤੋਂ। ਤਾਂ ਹੀ ਤੁਸੀਂ ਲਿਖਾਇਆ ਹੋਇਆ ਕੈਨੇਡਾ ਵਾਲੀ ਭੈਣ ਵੱਲੋਂ ਗਿਫਟ। ਹਾਂਜੀ। ਅੱਛਾ, ਤੁਸੀਂ ਉਹਨਾਂ ਦੇ ਗਿਫਟ ਤੋਂ ਹੀ ਬਾਅਦ ਚ ਇਹ ਲਿਖਾ ਹੋਇਆ। ਅੱਛਾ, ਉਹ ਆਪ ਦੇਣ ਆਏ ਸੀਗੇ? ਨਹੀਂ ਜੀ, ਉਹਨਾਂ ਦੇ ਨਾ ਚਾਚਾ ਦੇ ਲੜਕਾ ਜੀ ਇੱਥੇ ਰਹਿੰਦੇ ਰਾਮਪੁਰੇ, ਤੇ ਉਹਨਾਂ ਨੇ ਵਿਚਾਰਿਆਂ ਨੇ ਮੇਰੇ ਤੱਕ ਪਹੁੰਚ ਕੀਤੀ। ਇੱਥੇ ਆਏ, ਪਤਾ ਜਿਵੇਂ ਤੁਸੀਂ ਆਏ ਪੁੱਛ ਕੇ, ਉਹ ਵੀ ਪੁੱਛ ਕੇ ਆਏ, ਮੇਰਾ ਨੰਬਰ ਲੈ ਕੇ। ਫਿਰ ਉਹਨਾਂ ਨੇ ਆ ਗੱਡੀ ਰਾਮਪੁਰੇ ਦੇਖ ਲਈ ਸੀਗੀ, ਦੇਖ ਕੇ ਮੈਨੂੰ ਸੱਦ ਲਿਆ ਉਹਨਾਂ ਨੇ ਵੀਰਵਾਰ ਨੂੰ। ਕਹਿੰਦੇ ਭਈ ਆ ਜਾ, ਗੱਡੀ ਦੇਖ ਲਈ ਆ, ਤੇ ਦੇਖ ਲਾ ਵੀ ਜੇ ਤੇਰੇ ਪਸੰਦ ਆ ਤਾਂ ਲੈ ਦਿੰਨੇ ਆ। ਤੇ ਮੈਂ ਆਖਿਆ ਵੀ ਜੇ ਮੈਨੂੰ ਵਧੀਆ ਜੀ ਠੀਕ ਲੱਗੀ ਗੱਡੀ ਤੇ ਵੀ ਮੈਨੂੰ ਲੈ ਦਿਓ। ਜਦੋਂ ਤੁਸੀਂ ਡਰਾਈਵਿੰਗ ਕਿੱਦਾਂ ਸਿੱਖੀ? ਤੁਹਾਨੂੰ ਆਉਂਦੀ ਸੀ ਕਰਨੀ? ਮੇਰੇ ਭਾਣਜੇ ਨੇ ਸਿਖਾਈ ਸੀ, ਉਹ ਉੱਥੇ ਕੰਪਨੀ 'ਚ ਕੰਮ ਕਰਦੇ ਸੀਗੇ, ਤੇ ਉਹਨਾਂ ਨੇ ਸਿਖਾਈ ਸੀ ਮੈਨੂੰ। ਕਹਿੰਦੇ ਜਦੋਂ ਅਸੀਂ ਸਿੱਖਦੇ ਆ ਨਾ, ਕੋਈ ਵੀ ਗੱਡੀ ਸਿੱਖਣੀ ਹੋਵੇ, ਐਕਟਿਵਾ ਸਿੱਖਣੀ ਹੋਵੇ, ਸਾਈਕਲ ਸਿੱਖਣਾ ਹੋਵੇ, ਠੋਕਰਾਂ ਬੜੀਆਂ ਲੱਗਦੀਆਂ, ਅਸੀਂ ਡਿੱਗ ਡਿੱਗ ਕੇ ਸਵਾਰ ਹੁੰਦੇ ਆ। ਤੁਹਾਨੂੰ ਵੀ ਸੱਟ ਲੱਗੀ, ਡਿੱਗੇ ਸੀਗੇ? ਨਹੀਂ ਜੀ, ਆਟੋ ਤੇ ਤਾਂ ਨਹੀਂ ਡਿੱਗੇ, ਸਾਈਕਲ ਤੇ ਬਹੁਤ ਵਾਰ ਡਿੱਗੇ ਸੀ। ਸਾਈਕਲ ਤੇ ਤਾਂ ਬਹੁਤ ਵਾਰ ਡਿੱਗੇ ਸੀ, ਇਹਦੇ ਤਾਂ ਨਹੀਂ ਖਾ ਡਿੱਗੇ ਡੁੱਗੇ ਕਰ। ਜਦੋਂ ਆਟੋ ਲੈ ਕੇ ਜਾਂਦੇ ਹੋ, ਹਨੇਰ ਸਵੇਰ ਵੀ ਹੋ ਜਾਂਦਾ ਹੈ ਹਨਾ, ਕਈ ਵਾਰ ਰਾਤ ਨੂੰ ਆਉਂਦੇ ਸਮੇਂ, ਕਿਉਂਕਿ ਜਦੋਂ ਅਸੀਂ ਐਂਟਰ ਹੋ ਰਹੇ ਸੀ ਅਮਰਪੁਰਾ ਬਸਤੀ ਦੇ ਵਿੱਚ, ਇਹ ਬਸਤੀ ਵੀ ਬਹੁਤ ਹੀ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਆਲੇ ਦੁਆਲੇ ਸਾਨੂੰ ਗਰੀਬੀ ਨਜ਼ਰ ਆ ਰਹੀ ਹੈ ਨਾ, ਬਹੁਤ ਗਰੀਬੀ ਤਬਕਾ ਆ। ਤੁਹਾਡਾ ਘਰ ਵੀ ਬਹੁਤ ਛੋਟਾ ਜਿਹਾ ਬਣਿਆ ਹੋਇਆ, ਦਰਵਾਜ਼ਾ ਵੀ ਹੈ ਨਹੀਂਗਾ ਹਨਾ, ਆਲੇ ਦੁਆਲੇ ਪਸ਼ੂ ਵੀ ਫਿਰਦੇ ਨੇ। ਕਦੀ ਡਰ ਨਹੀਂ ਲੱਗਾ ਇੱਥੇ ਘਰ 'ਚ ਰਾਤ ਨੂੰ ਸੌਣ ਲੱਗੇ? ਹੁਣ ਮੇਰੀ ਗੱਲ ਸੁਣੋ, ਹੁਣ ਇੰਨੇ ਸ਼ਹਿਰ 'ਚ ਇੰਨੀ ਮਹਿੰਗਾਈ ਆ ਕਿ ਅਗਲਾ ਆਪਦਾ ਰੋਟੀ ਦਾ ਟਾਈਮ ਪਾਸ ਮਸਾ ਕਰ ਸਕਦਾ ਜੀ, ਹਨਾ। ਤੇ ਹੁਣ ਸ਼ਹਿਰ 'ਚ ਗਜਾਂ ਦੇ ਹਿਸਾਬ ਨਾਲ, ਫੁੱਟਾਂ ਦੇ ਹਿਸਾਬ ਨਾਲ ਜਗ੍ਹਾ ਮਿਲਦੀ ਹੈ, ਹਨਾ। ਤੇ ਆਪਾਂ ਉਨੀ ਮਹਿੰਗੀ ਜਗ੍ਹਾ ਲੈ ਨਹੀਂ ਸਕਦੇ ਸੀਗੇ। ਇਹ ਤਾਂ ਉਦੋਂ ਮੰਮੀ ਫੈਕਟਰੀ 'ਚ ਲੱਗੀ ਹੁੰਦੀ ਸੀ, ਤੇ ਸਸਤੀ ਬਣ ਗਈ ਜਗ੍ਹਾ। 70 ਗਜ ਜਗ੍ਹਾ ਹੈਗੀ ਹੈ ਮੇਰੇ ਕੋਲੇ, ਤੇ ਇੱਕ ਕਮਰਾ ਪੈ ਗਿਆ ਜੀ ਵਿੱਚ, ਤੇ ਆਹ ਬਣ ਗਿਆ ਬਸ ਸ਼ੈੱਡ। ਅੱਛਾ। ਤੇ ਆ ਹੁਣ ਮੈਡਮ ਬਾਈ ਜੀ ਨੇ ਆ ਸ਼ਟਰ ਲਵਾਤਾ ਵੀ ਚੱਲ ਆਟੋ ਖੜ ਜਾ ਕਰੂਗਾ ਤੁਹਾਡਾ ਥੱਲੇ। ਇਹ ਵੀਰ ਜੀ ਜੈਬ ਸਿੰਘ ਆ ਕੈਨੇਡਾ ਤੋਂ, ਉਹਨਾਂ ਨੇ ਆ ਫਰਸ਼ ਲਵਾ ਕੇ ਦਿੱਤੀ ਹੈ। ਜਦੋਂ ਪਹਿਲਾਂ ਇੰਟਰਵਿਊ ਹੋਈ ਸੀ ਮੇਰੀ, ਉਦੋਂ ਆ ਫਰਸ਼ ਨਹੀਂ ਲੱਗੀ ਸੀ। ਆ ਨਹਾਉਣ ਵਾਲਾ ਹੁਣ ਬਣਾਇਆ ਸੀ, ਤੇ ਕਮਰੇ 'ਚ ਫਰਸ਼ ਲਾਈ ਹੈ, ਉੱਤੇ ਕਮਰੇ ਤੇ ਲਾਈ ਹੈ, ਤੇ ਉਹਨਾਂ ਨੇ ਹੈਲਪ ਕੀਤੀ ਸੀ ਮੇਰੀ ਜੀ। ਜਿਉਂਦੇ ਰਹਿਣ ਉਹ ਪੰਜਾਬੀ ਜਿਹੜੇ ਮਦਦ ਕਰਦੇ ਰਹੇ ਹਨਾ। ਕਹਿੰਦੀ ਆ ਪਰਮਾਤਮਾ ਜੀ ਉਹਨਾਂ ਨੂੰ ਦੁੱਗਣੀ ਬਖਸ਼ੇ ਤਰੱਕੀ, ਹਨਾ। ਜਿਹੜੇ ਕੋਈ ਗਰੀਬਾਂ ਲਈ ਸੋਚਦੇ ਆ ਵੀਰ ਮੇਰੇ ਬਾਹਰ ਬੈਠੇ। ਮੈਂ ਤੁਹਾਡੇ ਨਾ ਹੱਥ 'ਚ ਪੈਨ ਡਰਾਈਵ ਦੇਖ ਰਹੀ ਆ, ਇਹ ਤੁਸੀਂ ਪੈਨ ਡਰਾਈਵ ਪਾਈ ਹੋਈ ਹੈ ਨਾ? ਹਾਂਜੀ। ਅੱਛਾ, ਗਾਣੇ ਸੁਣਨ ਦਾ ਸ਼ੌਂਕ ਹੈ? ਗਾਣੇ ਗੁਣੇ ਲਾ ਕੇ ਚੱਲਦੇ ਹੋ? ਹਾਂਜੀ ਹਾਂਜੀ। ਕੀ ਬਾਤ ਹੈ। ਕਿੱਦਾਂ ਦੇ ਗਾਣੇ ਸੁਣਦੇ? ਪੰਜਾਬੀ, ਹਿੰਦੀ? ਹਿੰਦੀ ਵੀ ਸੁਣ ਲੈਂਦੇ ਜੀ, ਪੰਜਾਬੀ ਵੀ। ਬਾਹਲੇ ਮੈਨੂੰ ਐਂ ਹੀ ਕਹਿੰਦੇ ਆ ਵੀ ਰੋਣ ਧੋਣ ਵਾਲੇ ਗੀਤ ਵਾਲੇ ਸੁਣਦੇ ਆ ਅਸੀਂ। ਅੱਛਾ, ਤੁਸੀਂ ਬਾਰੇ ਸੈਡ Song ਸੁਣਦੇ ਤੁਸੀਂ? ਹਾਂਜੀ ਹਾਂਜੀ। ਅੱਛਾ, ਕਿਉਂ ਇੰਨੇ ਸੈਡ ਕਿਉਂ ਗਾਣੇ ਸੁਣਦੇ? ਬਸ ਏਦਾਂ ਹੀ ਚੰਗੇ ਲੱਗਦੇ ਆ ਜੀ। ਅੱਛਾ, ਜਦੋਂ ਜ਼ਿਆਦਾਤਰ ਗਾਣਾ ਕੋਈ ਲੱਗਾ ਹੋਵੇ ਨਾ, ਕਈ ਵਾਰ ਕੁੜੀਆਂ ਵੀ ਬੈਠੀਆਂ ਹੋਣ, ਉਹਨਾਂ ਨੂੰ ਦੇਖ ਕੇ ਕਿੱਦਾਂ ਦਾ ਗਾਣਾ ਲਾਉਂਦੇ ਹੋ, ਜਾਂ ਕੋਈ ਬੰਦੇ ਬੈਠੇ ਹੋਣ ਤਾਂ ਕਿੱਦਾਂ ਦਾ ਗਾਣਾ ਲਾਉਂਦੇ ਹੋ? ਨਹੀਂ ਜੀ, ਫਿਰ ਉਦੋਂ ਹਿੰਦੀ ਲਾ ਲੈਂਦੀ ਹੈ। ਬੰਦੇ ਬੈਠੇ ਹੁਣ, ਕੁੜੀਆਂ ਬੈਠੀਆਂ ਹੁਣ, ਤਾਂ ਫਿਰ ਪੰਜਾਬੀ ਚੱਲਦੇ ਆ। ਜੇ ਅਗਲੇ ਕਹਿ ਦੇਣ, ਜੇ ਕੋਈ ਕਹਿ ਦੇ ਵੀ ਭਾਈ ਬੰਦ ਕਰ ਦੇ, ਉਦੋਂ ਬੰਦ ਵੀ ਕਰਦੇ ਨੇ। ਕੋਈ ਇਹ ਤਾਂ ਹੈ ਨਹੀਂ ਵੀ ਜੇ ਆਪਾਂ ਨੂੰ ਚੀਜ਼ ਕੋਈ ਪਸੰਦ ਆ ਤਾਂ ਅਗਲੇ ਨੂੰ ਵੀ ਪਸੰਦ ਹੋਊਗੀ। ਹੁਣ ਮੈਂ ਤਾਂ ਹਰ ਵਕਤ ਉੱਚੀ ਆਵਾਜ਼ 'ਚ ਹੁੰਦਾ ਮੇਰਾ ਡਿੱਕ ਚੱਲਦਾ, ਜ਼ਿਆਦਾ ਤਾਂ ਮੈਨੂੰ ਐਂ ਹੀ ਜਾਣਦੇ ਉੱਚੀ ਆਵਾਜ਼ 'ਚ ਸੁਣਦੀ ਆ ਉਹ ਗਾਣੇ, ਕਿਉਂਕਿ ਹਰ ਇੱਕ ਬੰਦੇ ਨੂੰ ਜਦੋਂ ਸੁਣਦਾ ਤੇ ਉਹ ਗਾਣੇ ਰੋਣ ਧੋਣ ਵਾਲੇ ਬਾਹਲੇ ਹੁੰਦੇ ਆ। ਕਈ ਤਾਂ ਮੈਨੂੰ ਐਂ ਹੀ ਜਾਣਦੇ ਆ ਵੀ ਉਹ
ਰੋਣ ਧੋਣ ਜਿਹੇ ਵਾਲੇ ਗਾਣੇ ਵਾਲੇ ਸੁਣਦੀ ਆ। ਅੱਛਾ ਸ਼ਿੰਦਰਪਾਲ ਜੀ ਤੁਹਾਨੂੰ ਸਵਾਲ ਕਰਾਂਗੇ, ਜਿਵੇਂ ਤੁਸੀਂ ਦੱਸ ਰਹੇ ਸੀ ਕਿ ਬਹੁਤੀਆਂ ਕੁੜੀਆਂ ਜਾਂ ਜਨਾਨੀਆਂ ਤਾਂ ਨਹੀਂ ਬੈਠਦੀਆਂ ਸੀ ਕਿਉਂਕਿ ਤੁਹਾਨੂੰ ਇੱਕ ਔਰਤ ਹੋਣ ਕਰਕੇ ਕਿ ਯਕੀਨ ਨਹੀਂ ਕਰਦੀਆਂ ਸੀ ਕਿ ਡਰਾਈਵਿੰਗ ਸਹੀ ਨਹੀਂ ਕਰਦੀਆਂ। ਅੱਜ ਕੱਲ੍ਹ ਵੈਸੇ ਵੀ ਕੁੜੀਆਂ ਨੂੰ ਇਹੀ ਕਹਿੰਦੇ ਕੁੜੀਆਂ ਨੂੰ ਗੱਡੀਆਂ ਨਹੀਂ ਚਲਾਉਣੀਆਂ ਆਉਂਦੀਆਂ ਤੇ ਤੁਸੀਂ ਜਦੋਂ ਜਾਂਦੇ ਸੀ ਹਨਾ, ਤੇ ਹੁਣ ਆਲਮੋਸਟ ਸਭ ਨੂੰ ਪਤਾ ਲੱਗ ਹੀ ਗਿਆ ਹੈ ਕਿ ਇਹ ਇੱਕ ਔਰਤ ਹੈ ਜੋ ਆਟੋ ਚਲਾਉਂਦੀ ਹੈ ਹਨਾ, ਚਾਹੇ ਤੁਸੀਂ ਇਸ ਪਹਿਰਾਵੇ ਦੇ ਵਿੱਚ ਆਏ ਗਏ ਹੋ ਤੇ ਹੁਣ ਯਕੀਨ ਕਰਦੀਆਂ ਨੇ, ਹੁਣ ਬੈਠ ਹਾਂਜੀ ਜਾਂਦੀਆਂ ਨੇ। ਹਾਂਜੀ ਵਾਧੂ ਹੁਣ ਤਾਂ ਕਹਿ ਹੀ ਦਿੰਦੀਆਂ ਜਾਣਾ ਹੀ ਤੁਹਾਡੇ ਨਾਲ ਹੈ। ਅੱਛਾ। ਹਾਂਜੀ ਸੋ ਬਿਲਕੁਲ ਤੁਸੀਂ ਕਿਹਾ ਸੀ ਕਿ ਮੈਂ ਦਸਤਾਰ ਤਾਂ ਬੰਨ੍ਹੀ ਹੈ ਕਿਉਂਕਿ ਮੈਨੂੰ ਸੁਰੱਖਿਅਤ ਲੱਗਦੀ ਹੈ ਹਨਾ, ਕਿਉਂਕਿ ਇਹਦੇ ਨਾਲ ਵੱਖਰੀ ਪਹਿਚਾਣ ਹੁੰਦੀ ਹੈ ਹਨਾ। ਇਹਦੇ ਬਾਰੇ ਕੀ ਸੋਚਦੇ ਹੋ? ਇਹਦੇ ਬਾਰੇ ਇਹੀ ਹੈ ਜੀ ਕਿ ਇੱਕ ਤਾਂ ਬੰਦੇ ਨੂੰ ਹੌਸਲਾ ਰਹਿੰਦਾ ਹੈ, ਹਰ ਇੱਕ ਬੰਦਾ ਇੱਜ਼ਤ ਕਰਦਾ ਜੀ ਪੱਗ ਨਾਲ ਹੈ। ਤੇ ਬਾਕੀ ਸਿਰੇ ਕੁਛ ਥੋੜਾ ਜਿਹਾ ਸ਼ੌਂਕ ਸੀਗਾ ਮੈਨੂੰ, ਇਹ ਤਾਂ ਕਰਕੇ ਵੀ ਮੈਂ ਬੰਨ ਰੱਖੀ ਹੈ। ਵੈਸੇ ਕਈ ਸਪੈਸ਼ਲ ਆਟੋ ਕਰਵਾਉਂਦੇ ਨੇ ਕਿ ਜਾਣ ਲਈ ਕਿ ਕਈ ਤਾਂ ਤੁਸੀਂ ਸ਼ਹਿਰਾਂ ਦੇ ਵਿੱਚ ਹੀ ਘੁੰਮਦੇ ਹੋਵੋਗੇ ਹਨਾ, ਉੱਥੇ 20 ਰੁਪਏ ਸਵਾਰੀ ਹੁੰਦੀ ਹੈ। ਕਈ ਇਹ ਵੀ ਕਹਿੰਦੇ ਹੋਣਗੇ ਕਿ ਸਾਨੂੰ 100 ਰੁਪਏ ਤੱਕ ਇੱਥੇ ਫਲਾਣੀ ਜਗ੍ਹਾ ਛੱਡ ਕੇ ਆਓ, ਉਹ ਵੀ ਛੱਡਦੇ ਹੋ ਤੁਸੀਂ? ਹਾਂਜੀ ਬਾਹਰ ਵੀ ਲੈ ਜਾਂਦੇ ਹਾਂ ਗੇੜਾ। ਤੇ ਆ ਹੁਣੇ ਥੋੜੇ ਦਿਨ ਹੋ ਗਏ ਰਾਮਪੁਰੇ ਜਾ ਕੇ ਆਏ ਭੋਗ ਤੇ, ਉਹ ਮੈਡਮ ਹਲੇ ਅੰਦਰ ਹੀ ਬੈਠੀ ਮੇਰੇ ਕੋਲ ਹੀ ਅੱਜ। ਉਹ ਕਹਿੰਦੀ ਮੈਂ ਜਾਣਾ ਹੀ ਭੋਗ ਤੇ ਤੁਹਾਡੇ ਨਾਲ ਹੈ। ਤੇ ਉਹਨੇ ਨੰਬਰ ਲੈ ਲਿਆ ਮੈਨੂੰ, ਜਿੱਦੇ ਭੋਗ ਸੀ ਉਹਦੇ ਬੁਲਾਇਆ ਤੇ ਉਹਦੇ ਦੀ ਮੇਰੀ ਸਹੇਲੀ ਬਣੀ ਵੀ ਆ, ਹੁਣ ਉਹਦੇ ਦੀ ਮੇਰੇ ਨਾਲ ਹੀ ਰਹਿੰਦੀ ਹੈ। ਅੱਛਾ ਹਾਂਜੀ ਬਿਲਕੁਲ। ਤੇ ਚਾਹ ਪਾਣੀ ਪੀਣ ਲਈ ਰੁਕਦੇ ਹੋ ਜਾਂ ਫਿਰ ਖਾਣਾ ਘਰੇ ਉਹ ਬਣਾ ਕੇ ਲੈ ਕੇ ਜਾਂਦੇ ਹੋ ਜਾਂ ਫਿਰ ਤੁਸੀਂ ਵੀ? ਘਰੇ ਹੀ ਖਾਣੀ ਆ ਮੈਂ ਖਾਣਾ, ਤਾਂ ਬਾਹਰ ਦਾ ਖਾਣਾ ਨਹੀਂ ਮੈਂ ਕਦੇ ਖਾਦਾ, ਬਸ ਘਰੇ ਹੀ ਖਾਣੀ ਆ। ਮਾਤਾ ਜੀ ਆ ਰੋਟੀ ਪਾਣੀ ਬਣਾ ਲੈਂਦੀ ਆ, ਆਂਦੇ ਵਕਤ ਵੀ ਜਦੋਂ ਮੈਂ ਸ਼ਾਮ ਨੂੰ ਆਨੀ ਆ ਉਹੀ ਕਰਦੀ ਆ। ਮੈਂ ਤਾਂ ਬਾਹਰ ਦਾ ਕੰਮ ਕਰਦੀ ਆ, ਬਸ ਘਰ ਦਾ ਤਾਂ ਮੈਂ ਕਰਦੀ ਨਹੀਂ, ਬਹੁਤ ਘੱਟ ਕਰਦੀ। ਚਾਹ ਪੀਣ ਦੇ ਸ਼ੌਕੀਨ ਹੋ? ਹਾਂਜੀ। ਉਹ ਫਿਰ ਢਾਬੇ 'ਤੇ ਰੁਕ ਕੇ ਪੀਂਦੇ ਹੁੰਦੇ ਹੋ? ਨਾ ਜੀ ਨਾ, ਘਰੇ ਹੀ ਪੀਂਦੇ ਉਹ ਵੀ। ਅੱਛਾ ਘਰੇ ਆ ਕੇ ਪੀਣੀ ਹੈ। ਹਾਂਜੀ ਇੰਨੇ ਪੈਸੇ ਕਿੱਥੋਂ ਲਿਆ ਕੇ, ਤੇਲ ਪਾਣੀ ਦਾ ਹੀ ਖਰਚਾ ਨਹੀਂ ਆਉਂਦਾ ਲੋਟ। ਹੁਣ ਤੇਲ ਵੀ ਦਿਨੋਂ ਦਿਨ ਮਹਿੰਗਾ ਹੋਈ ਜਾਂਦਾ। ਇੱਕ ਦਿਨ ਦੀ ਕਮਾਈ ਕਿੰਨੀ ਕੁ ਹੋ ਜਾਂਦੀ ਆਟੋ? ਇਹਦੇ 'ਚ ਜੀ ਹੋ ਹੀ ਜਾਂਦੀ ਹੈ 600-700 ਰੁਪਈਆ, 200-250 ਦਾ ਤੇਲ ਹੀ ਮੱਚ ਜਾਂਦਾ ਜੀ, ਬਾਕੀ ਬਚ ਜਾਂਦੇ ਆ। ਬਾਕੀ ਹੁਣ ਥੋੜਾ ਜਿਹਾ ਲੈਣਾ ਦੇਣਾ ਹੈਗਾ ਮੈਂ ਲੋਕਾਂ ਦਾ, ਜਿਵੇਂ ਜਿਵੇਂ ਵੱਟੀ ਜਾਂਦੇ ਆ ਥੋੜਾ ਥੋੜਾ ਕਰਕੇ ਲਾ ਹੀ ਜਾਂਦੇ ਆ। ਹੁਣ ਉਹ ਜਵਾਬ ਦੇ ਗਏ ਸੀ ਬਾਈ ਜੀ, ਫਰਸ਼ ਤਾਂ ਉਹਨਾਂ ਨੇ ਲਵਾਤੀ 15,000 ਰੁਪਏ 'ਚ ਮਿਸਤਰੀ ਕੀਤਾ ਸੀਗਾ, ਤੇ ਉਹ ਹੁਣ ਕਦੇ ਉਹਨੂੰ 200 ਦਿੰਨੀ ਆ ਕਮਾ ਕੇ, ਕਦੇ 100 ਦਿੰਨੀ ਆ, ਜਿਵੇਂ ਬਣ ਜਾਂਦੇ ਮਤਲਬ ਮੈਂ ਉਹਨੂੰ ਦੇ ਹੀ ਜਾਂਦੀ ਆ, ਹੌਲੀ ਹੌਲੀ ਮੋੜੀ ਜਾਂਦੀ ਆ। ਹੁਣ ਆ ਬਸ ਗੇਟ ਰਹਿ ਗਿਆ ਜੀ, ਜੇ ਵੀਰ ਮੇਰੀ ਇੰਟਰਵਿਊ ਦੇਖ ਕੇ ਕੋਈ ਮਾੜੀ ਮੋਟੀ ਹੈਲਪ ਕਰ ਦੇ ਤਾਂ ਚੰਗਾ ਹੈ। ਹਾਂ ਵੈਸੇ ਨਾ ਬਹੁਤ ਕਈ ਲੋਕ ਐਵੇਂ ਦੇ ਹੁੰਦੇ ਨੇ ਬੜੀ ਛੇਤੀ ਹਿੰਮਤ ਹਾਰ ਜਾਂਦੇ ਨੇ ਹਨਾ, ਉਹ ਜੇ ਕਹਿਣ ਕਿ ਅਸੀਂ ਇੱਕ ਔਰਤ ਆ, ਸਾਡੇ ਬੱਚੇ ਸਾਡੀ ਨਹੀਂ ਰਹੇ, ਬੱਚੇ ਗੁਜ਼ਰ ਗਏ, ਪਤੀ ਨਾਲ ਨਹੀਂ ਹੈਗਾ, ਤੁਹਾਡੀ ਮਾਂ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਤੇ ਸਭ ਕੁਝ ਬਿਖਰ ਜਾਵੇ, ਤਾਂ ਇੱਕ ਔਰਤ ਬਹੁਤ ਬੁਰੀ ਤਰ੍ਹਾਂ ਟੁੱਟ ਜਾਂਦੀ ਹੈ ਹਨਾ। ਤੇ ਉਹਨੂੰ ਇਹ ਹੁੰਦਾ ਕਿ ਸ਼ਾਇਦ ਮੈਂ ਅੱਗੇ ਨਹੀਂ ਵੱਧ ਪਾਵਾਂਗੀ, ਤਾਂ ਉਹ ਜਾਂ ਤਾਂ ਅੱਗੇ ਘਰ ਵਸਾ ਲੈਂਦੀ ਹੈ ਜਾਂ ਆਪਣੇ ਆਪ ਨੂੰ ਖਤਮ ਕਰ ਲੈਂਦੀ ਹੈ ਹਨਾ। ਕਈ ਔਰਤਾਂ ਦੇਖੀਆਂ ਨੇ ਐਵੇਂ ਦੀਆਂ, ਪਰ ਤੁਸੀਂ ਉਹਨਾਂ ਔਰਤਾਂ ਦੇ ਲਈ ਇੱਕ ਮਿਸਾਲ ਵੱਡੀ ਬਣੇ ਹੋ, ਜਿਹੜੀ ਪਹਿਲਾਂ ਭੱਠਿਆਂ ਤੇ ਵੀ ਕੰਮ ਕਰਦੀ ਰਹੀ ਹੈ, ਮਜ਼ਦੂਰੀ ਕਰਦੀ ਰਹੀ, ਢਾਬਿਆਂ ਤੇ ਕੰਮ ਕਰਦੀ ਰਹੀ, ਅੱਜ ਆਟੋ ਚਲਾਇਆ ਹੋਇਆ ਹੈ। ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਹਿੰਮਤ ਹਾਰ ਜਾਂਦੇ ਨੇ? ਨਹੀਂ ਜੀ ਆਪਾਂ ਤਾਂ ਕਹਿੰਦੇ ਆ ਵੀ ਹਿੰਮਤ ਰੱਖਣੀ ਚਾਹੀਦੀ ਹੈ, ਜੇ ਬੰਦਾ ਹਾਰ ਹੀ ਗਿਆ ਤੇ ਫਿਰ ਉਹ ਤੁਸੀਂ ਕਦੇ ਕੋਈ ਦਿਨ ਆਇਆ ਤੁਸੀਂ ਕਦੇ ਬਹੁਤ ਟੁੱਟੇ ਹੋਵੋ? ਹਾਂ ਜੀ ਕਦੇ ਕਦੇ ਹੋ ਜਾਂਦਾ ਵੀ ਕੀ ਜੀ ਕੇ ਕਰਨਾ, ਫਿਰ ਮਰਿਆ ਵੀ ਤਾਂ ਨਹੀਂ ਨਾ ਜਾਂਦਾ। ਬੰਦਾ ਕਿੰਨਾ ਵੀ ਦੁਖੀ ਤੋਂ ਦੁਖੀ ਹੋਵੇ, ਉਹ ਵੀ ਦੁਨੀਆ ਛੱਡ ਕੇ ਜਾਣ ਨੂੰ ਉਹਦਾ ਕਿਸੇ ਦਾ ਵੀ ਨਹੀਂ ਜੀ ਕਰਦਾ ਹਨਾ। ਤੇ ਪਰ ਹਿੰਮਤ ਰੱਖਦੇ ਆ ਜੀ। ਮੈਂ ਤਾਂ ਭੈਣਾਂ ਨੂੰ ਇਹੀ ਬੇਨਤੀ ਕਰੂੰਗੀ, ਭੈਣੇ ਵੀ ਜੇ ਕੋਈ ਦੁੱਖ ਤਕਲੀਫ ਜ਼ਿੰਦਗੀ 'ਚ ਆਉਂਦਾ ਹੈ ਨਾ, ਤੇ ਹਿੰਮਤ ਨਹੀਂ ਹਾਰਨੀ ਚਾਹੀਦੀ, ਹੱਸ ਕੇ ਕੱਟੋ ਉਹਨੂੰ। ਦੁੱਖ ਸੁੱਖ ਤਾਂ ਚੱਲਦੇ ਹੀ ਰਹਿੰਦੇ ਨੇ ਹਾਂਜੀ ਬਸ। ਅੱਜ ਤੁਹਾਨੂੰ ਕੈਨੇਡਾ ਵਾਲੀ ਭੈਣ ਨੇ ਭੇਜਿਆ ਆਟੋ, ਉਹਨਾਂ ਨਾਲ ਕਦੀ ਗੱਲਬਾਤ ਹੁੰਦੀ? ਨਹੀਂ ਜੀ ਉਹਨਾਂ ਨਾਲ ਕਦੇ ਗੱਲ ਨਹੀਂ ਹੋਈ, ਉਹ ਬਾਈ ਜੀ ਨਾਲ ਗੱਲ ਹੁੰਦੀ ਰਹਿੰਦੀ ਹੈ, ਉਹ ਪੁੱਛਦੇ ਰਹਿੰਦੇ। ਅੱਛਾ ਤੁਸੀਂ ਆਪ ਲਿਖਾਇਆ ਹੀ? ਨਹੀਂ ਉਹ ਬਾਈ ਜੀ ਨੇ ਲਿਖਵਾ ਕੇ ਦਿੱਤਾ, ਜਿੱਦੇ ਉਹਨਾਂ ਨੇ ਮੈਨੂੰ ਗੱਡੀ ਦਿੱਤੀ ਆ। ਤੇ ਭੈਣ ਜੀ ਤਾਂ ਕਹਿੰਦੀ ਸੀ ਵੀ ਕੁਛ ਨਹੀਂ ਲਿਖਵਾਉਣਾ ਮੇਰੇ ਬਾਰੇ, ਤੇ ਉਹ ਵੀਰ ਜੀ ਨੇ ਕਹਿ ਕੇ ਲਿਖਵਾਤਾ। ਤੇ ਆਪਾਂ ਤਾਂ ਉਹਨਾਂ ਦਾ ਵੀ ਵਿਚਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ। ਕਿਸੇ ਪਿੱਛੇ ਕੌਣ ਕਿਤੇ ਜਾਂਦਾ ਜੀ ਕਿਸੇ ਦੇ ਮਗਰ ਹਨਾ। ਉਹਨਾਂ ਨੇ ਵਿਚਾਰਿਆਂ ਨੇ ਉੱਥੋਂ ਰਾਮਪੁਰੇ ਤੋਂ ਚੱਲ ਕੇ ਆਏ ਮੇਰੀ ਖਾਤਰ, ਫਿਰ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ, ਫਿਰ ਗੱਡੀ ਦਾ ਭਾਲ ਭਲਾਈਆ ਕੀਤਾ, ਫਿਰ ਵਿਚਾਰਿਆਂ ਨੇ ਖਰੀਦ ਕੇ ਦਿੱਤੀ ਮੈਨੂੰ ਹਾਂਜੀ। ਤੇ ਆਪਾਂ ਤਾਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰ ਮਨਾਉਂਦੇ ਆ ਜੀ। ਤੇ ਭੈਣ ਜੀ ਤਾਂ ਆਪਾਂ ਗੋਣੀ ਗਾਉਣੇ ਆ। ਮੈਂ ਤਾਂ ਅੰਦਰ ਵੀ ਕਮਰੇ 'ਚ ਲਿਖਾ ਰੱਖਿਆ ਮੈਡਮ ਦਾ ਨਾਮ। ਅੱਛਾ ਹਾਂਜੀ। ਤੇ ਤੁਹਾਡੇ ਡਿਊਟੀ ਟਾਈਮ ਕੀ ਹੁੰਦਾ? ਸਵੇਰੇ ਕਿੰਨੇ ਵਜੇ ਆਉਂਦੇ ਹੋ, ਰਾਤ ਨੂੰ ਕਿੰਨੇ ਵਜੇ ਆਉਂਦੇ ਹੋ? ਸਵੇਰੇ ਤਾਂ ਜਿਵੇਂ ਜਾਂਦੀ ਆ 7 ਵਜੇ,
ਤੇ ਸ਼ਾਮ ਨੂੰ ਵੀ 7 ਵਜੇ ਘਰੇ ਆ ਵੜਦੀ ਆ। ਬਾਹਲਾ ਹਨੇਰੇ ਨਹੀਂ ਚਲਾਉਂਦੀ ਵੀ ਜੇ ਵੀ ਕਿਤੇ ਬਾਈ ਚਾਂਸ ਬਾਹਰ ਗਈ ਹੋਵਾਂ ਫੇਰ ਭਲਾ ਹਨੇਰਾ ਹੋ ਜੇ ਮੈਨੂੰ, ਨਹੀਂ ਤਾਂ ਮੈਂ 7 ਵਜੇ ਘਰੇ ਖਿਲਾਰ ਦਿੰਦੀ ਆ। ਕਿਹੜੇ ਕਿਹੜੇ ਰੂਟ ਤੇ ਚਲਾਉਂਦੇ ਹੋ? ਬੱਸ ਸਟੇਸ਼ਨ ਹੋ ਗਿਆ ਜੀ, ਬੱਸ ਅੱਡਾ ਹੋ ਗਿਆ। ਬੱਸ ਅੱਡੇ ਵਾਲੇ ਮਗਰਲੇ ਪਾਸੇ ਵਾਲੇ ਆ ਜੀ, ਉਹ ਤਾਂ ਮੈਨੂੰ ਸਵਾਰੀ ਨਹੀਂ ਚੱਕਣ ਦਿੰਦੇ ਕਿਉਂਕਿ ਕਹਿ ਦਿੰਦੇ ਆ ਜੀ ਸਾਡੀ ਜੂਨੀਅਰ ਬਣੀ ਵੀ ਹੈ ਤੇ ਤੁਸੀਂ ਗਾਂਹ ਜਾਓ। ਮੈਂ ਫਿਰ ਵੀ ਲਾੜਾ ਲੋੜ ਕੇ ਇੱਕ ਅੱਧੀ ਸਵਾਰੀ ਤਾਂ ਟੰਗ ਹੀ ਲਿਆਉਣੀ ਆ ਕਿ ਮੈਂ ਵੀ ਕਹਿ ਦਿੰਦੀ ਆ ਭਾਈ ਮੈਂ ਤੇਲ ਮਚਾਉਂਦੀ ਫਿਰਦੀ ਆ, ਇੱਕ ਅੱਧੀ ਸਵਾਰੀ ਤਾਂ ਮੈਂ ਲੈ ਕੇ ਜਾਊਂਗੀ। ਹਾਂ ਮੈਂ ਟੈਂਪੂ ਭਰਦੀ ਨਹੀਂ ਪੂਰਾ, ਉਹ ਹੁਣ ਜਿੰਨਾ ਚਿਰ ਪੂਰਾ ਟੈਂਪੂ ਭਰਦਾ ਨਹੀਂ ਉਹਨਾਂ ਦਾ ਉਨਾ ਚਿਰ ਉਹ ਤੁਰਦੇ ਨਹੀਂ ਉੱਥੋਂ। ਤੇ ਮੈਂ ਇਹ 2 ਮਿਲ ਜਾਣ 2 ਲੈ ਕੇ ਆ ਜਾਂਦੀ ਹਾਂ, ਜੇ 1 ਮਿਲ ਜੇ 1 ਲੈ ਕੇ ਭੱਜ ਆਉਣੀ ਆ ਕਿਉਂਕਿ ਇੱਧਰੋਂ ਸਵਾਰੀਆਂ ਮਿਲ ਜਾਂਦੀਆਂ। ਮੈਂ ਜ਼ਿਆਦਾਤਰ ਬਸਤੀਆਂ 'ਚ ਹੀ ਰਹਿੰਦੀ ਹਾਂ, ਜਿਵੇਂ ਬਸਤੀ 'ਚ ਇੱਥੋਂ ਅਮਰਪੁਰਾ 'ਚੋਂ ਸਿਰਕੀ ਬਾਜ਼ਾਰ ਹੋ ਗਿਆ, ਗੋਲ ਡੱਗੀ ਹੋ ਗਈ, ਐਂ ਬਾਜ਼ਾਰ 'ਚ ਜੇ ਜ਼ਿਆਦਾ ਰਹਿੰਦੀ ਹਾਂ ਕਿਉਂਕਿ ਬੱਸ ਅੱਡੇ ਵਾਲੇ ਸਵਾਰੀ ਚੱਕਣ ਨਹੀਂ ਦਿੰਦੇ। ਉੱਧਰ ਸੜਕਾਂ ਵੀ ਬੇਕਾਰ ਬਣੀਆਂ ਹੋਈਆਂ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਉੱਥੇ ਯੂਨੀਅਨ ਹੁੰਦੀ ਆ, ਆਟੋ ਯੂਨੀਅਨ ਹੈ ਨਾ, ਉਹਨਾਂ ਨੇ ਤਾਂ ਪੈਸੇ ਭਰੇ ਹੁੰਦੇ ਉੱਥੇ ਹੈ ਨਾ, ਤੇ ਤੁਸੀਂ ਨਹੀਂ ਪੈਸੇ ਭਰੇ? ਨਹੀਂ ਜੀ ਇੰਨੀ ਆਪਣੀ ਕਿੱਥੇ ਗੁੰਜਾਇਸ਼, ਹੁਣ ਮਹੀਨੇ ਦਾ ਪਤਾ ਨਹੀਂ ਕਿੰਨਾ ਕਹਿੰਦੇ ਨੇ ਉਹ ਵੀ ਭਰਵਾ ਹੈ ਤੇ ਫਿਰ ਹਰ ਮਹੀਨੇ ਵੀ ਭਰਨੇ ਪੈਂਦੇ ਆ ਥੋੜੇ ਬਹੁਤੇ। ਸਾਲ ਦਾ ਪਤਾ ਨਹੀਂ ਕਿੰਨਾ ਦਾ ਕਿੰਨਾ ਹੁੰਦਾ ਠੇਕਾ ਬਈ, ਤੇ ਉੱਥੇ ਉਹੀ 4 ਆਟੋ ਲਾ ਕੇ ਜੀ ਉਹੀ ਖੜ ਜਾਂਦੇ ਆ, ਹੁੰਦੇ ਸਾਡੀ ਜੂਨੀਅਰ ਆ ਪਰਲੇ ਪਾਸੇ ਵੱਡੇ ਗੇਟ ਤੇ, ਇਹ ਮਗਰਲੇ ਪਾਸੇ ਕੋਈ ਜੂਨੀਅਰ ਨਹੀਂ, ਉੱਥੇ ਤਾਂ ਉਹੀ 4 ਜਣੇ ਰਾਇ ਬਣੇ ਕਰਕੇ ਖੜ ਜਾਂਦੇ ਨੇ, ਕੋਈ ਜੂਨੀਅਰ ਹੈ ਨਹੀਂ ਉੱਥੇ। ਕਦੇ ਐਵੇਂ ਹੋਇਆ ਕਿ ਇਹਨਾਂ ਆਟੋ ਯੂਨੀਅਨ ਦੇ ਵੱਲੋਂ ਤੁਹਾਨੂੰ ਚਲੋ ਨਹੀਂ ਚਲਾਉਣ ਦਿੰਦੇ ਆਟੋ ਹੈ ਨਾ, ਜਿੱਦਾਂ ਤੁਸੀਂ ਇਹਨੇ ਮੈਂ ਬਸਤੀਆਂ ਦੇ ਵਿੱਚ ਅਲੱਗ-ਅਲੱਗ ਇਲਾਕਿਆਂ 'ਚ ਚਲਾਉਣੀ ਆਟੋ, ਕਦੇ ਉੱਥੇ ਤਾਂ ਨਹੀਂ ਕਦੇ ਕਿਸੇ ਨੇ ਕਿਹਾ? ਹੋਰ ਕਿਸੇ ਨੇ ਆਪਾਂ ਨੂੰ ਰੋਕ ਟਕਈਆ ਨਹੀਂ ਕੀਤਾ, ਨਾ ਕਿਸੇ ਮੁਲਾਜ਼ਮ ਨੇ ਆਪਾਂ ਨੂੰ ਕਿਹਾ ਅੱਜ ਤੱਕ, ਕਿਉਂਕਿ ਮੈਂ ਸਾਰੇ ਸ਼ਹਿਰ 'ਚ ਹੀ ਤੁਰੀ ਫਿਰਦੀ ਰਹਿੰਦੀ ਹਾਂ, ਨਾ ਹੀ ਤਾਂ ਮੈਨੂੰ ਕਿਸੇ ਮੁਲਾਜ਼ਮ ਨੇ ਟੋਕਿਆ ਹੈਗਾ ਹਾਲ ਤਾਈਂ। ਤੇ ਬਸ ਆਹੀ ਆ ਬੱਸ ਅੱਡੇ ਵਾਲੇ ਮਗਰਲੇ ਪਾਸੇ ਵਾਲੇ, ਇਹ ਮੈਨੂੰ ਪਰੇਸ਼ਾਨ ਥੋੜਾ ਜਿਹਾ ਕਰਦੇ ਆ। ਉਹ ਵੀ ਮੈਂ ਰਮਾਣਾ ਨੂੰ ਕਹਿ ਕੇ ਕਿਹਾ ਸੀਗਾ ਤੇ ਉਹ ਆਂਦੇ ਸੀ ਕੋਈ ਨਹੀਂ ਇਹ ਵੀ ਕਰਦੇ ਆ ਤੁਹਾਡਾ ਹੱਲ ਮਸਲਾ। ਵੀ ਜੀ ਮੈਂ ਵੀ ਗਰੀਬਣੀ ਆ, ਵੀ ਇੱਕ ਅੱਧੀ ਸਵਾਰੀ ਲੈ ਜਾ ਕਰਨ ਦੇ ਤਾਂ ਕੀ ਫਰਕ ਪੈ ਜਾਊਗਾ, ਪਰ ਨਹੀਂ ਚੱਕਣ ਦਿੰਦੇ। 2-3 ਜਣੇ ਹੈਗੇ ਆ ਉੱਥੇ ਵਿਗੜੇ ਕਦੇ ਇਦਾਂ ਵੀ ਹੁੰਦਾ ਕਿ ਕਦੇ ਕੋਈ ਇੱਕ ਦਿਨ ਸਵਾਰੀ ਮਿਲੇ ਹੀ ਨਾ? ਹਾਂਜੀ ਕਈ ਵਾਰ ਖਾਲੀ ਵੀ ਆ ਜਾਂਦੇ ਆ। ਹਾਂ ਕਈ ਵਾਰ ਤਾਂ ਇਹੋ ਜਿਹਾ ਹੁੰਦਾ ਵੀ ਰੋਟੀ ਵੀ ਨਸੀਬ ਨਹੀਂ ਹੁੰਦੀ। ਹਾਂ ਕਈ ਵਾਰ ਤਾਂ ਐਨ ਹੋ ਜਾਂਦਾ ਸਵੇਰੇ ਘਰੋਂ ਨਿਕਲ ਗਏ ਤੇ ਸ਼ਾਮ ਤੱਕ ਤੁਰੇ ਹੀ ਫਿਰਦੇ ਰਹਿੰਦੇ ਬਾਹਰ, ਤੇ ਰੋਟੀ ਵੀ ਨਹੀਂ ਘਰੇ ਮੈਂ ਖਾਣ ਆਉਂਦੀ। ਕਈ ਵਾਰ ਸਵਾਰੀਆਂ ਹੀ ਇੰਨੇ ਮਿਲਦੀਆਂ ਤੇ ਕਈ ਵਾਰ ਤਾਂ ਬਸ ਤੇਲ ਮਚਾ ਕੇ ਆ ਜਾਈਦਾ, ਜਿਹੜਾ 200-400 ਹੁੰਦਾ ਤੇਲ ਪਾ ਕੇ ਮਚਾ ਕੇ ਭੱਜ ਜਾਈਦਾ ਘਰੇ। ਇੱਥੇ ਰਾਸ਼ਨ ਪਾਣੀ ਪੂਰਾ ਹੈਗਾ ਤੁਹਾਡੇ ਕੋਲ ਕਿ ਉਹਦੀ ਵੀ ਕਮੀਆਂ, ਉਹਦੇ ਵੀ ਕਦੇ ਭੁੱਖੇ ਸੁੱਤੇ ਹੋਵੋ? ਨਹੀਂ ਜੀ ਉਹ ਤਾਂ ਪ੍ਰਮਾਤਮਾ ਦੀ ਕਿਰਪਾ, ਹਲੇ ਵੀ ਆ ਜਦੋਂ ਦਾ ਮੈਡਮ ਨੇ ਲੈ ਕੇ ਦਿੱਤਾ ਆਟੋ ਆਪਾਂ ਨੂੰ ਉਹਦੇ ਦੇ ਤਾਂ ਭੁੱਖੇ ਸੁੱਤੇ ਹੀ ਨਹੀਂ ਗਏ। ਉਦੋਂ ਪਹਿਲਾਂ ਜੀ ਥੋੜੀ ਜਿਹੀ ਸੀਗੀ ਤੰਗੀ, ਉਦੋਂ ਪਹਿਲਾਂ ਮਹੱਲੇ ਵਾਲੇ ਵੀਰ ਮੇਰੇ ਹੈਗੇ ਆ ਵਿਚਾਰੇ, ਥੋੜੀ ਬਹੁਤੀ ਹੈਲਪ ਕਰ ਦਿੰਦੇ ਆ। ਤੇ ਵੀ ਹੁਣ ਮੇਰੀ ਮੰਮੀ ਵੀ ਪਿੱਛੇ ਹੀ ਢਿੱਲੀ ਹੋ ਗਈ ਸੀ, ਸਾਰੀ ਗਲੀ ਵਾਲਿਆਂ ਨੇ ਚੰਦਾ ਇਕੱਠਾ ਕਰਕੇ ਮੰਮੀ ਦਾ ਇਲਾਜ ਕਰਾਇਆ ਸੀ ਕਿਉਂਕਿ ਉਦੋਂ ਮੈਂ ਬੇਰੁਜ਼ਗਾਰ ਸੀ ਬੈਠੀ ਘਰੇ, ਨਾ ਤਾਂ ਮੈਂ ਆਟੋ ਚਲਾਉਂਦੀ ਸੀ ਨਾ ਮੈਂ ਦਿਹਾੜੀ ਕਰ ਸਕਦੀ, ਕੋਈ ਸਰੀਰ ਇੰਨਾ ਭਾਰੀ ਹੋ ਗਿਆ ਮੇਰਾ, ਹੁਣ ਦਿਹਾੜੀ ਹੁੰਦੀ ਨਹੀਂ ਮੈਥੋਂ। ਨਾਲੇ ਹੁਣ ਤਾਂ ਦਿਹਾੜੀ ਵੀ 300 ਰੁਪਈਆ, ਉਸ ਟਾਈਮ ਤਾਂ 55 ਰੁਪਏ ਦਿਹਾੜੀ ਦੇ ਸੀਗੇ, ਪਰ ਉਹਨਾਂ ਟਾਈਮਾਂ 'ਚ ਸਮਾਨ ਸਸਤਾ ਹੁੰਦਾ ਸੀ, 1500 ਨਾਲ ਘਰ ਭਰ ਜਾਂਦਾ ਸੀ ਸਮਾਨ ਦਾ ਹੈ, ਤੇ ਹੁਣ ਤਾਂ 4000 ਲੈ ਜਾਓ ਤਾਂ ਵੀ ਨਹੀਂ ਘਰ ਭਰਦਾ। ਹਾਂਜੀ ਤੁਸੀਂ ਬਹੁਤ ਹਿੰਮਤੀ ਹੋ, ਦਲੇਰ ਹੋ, ਇਸ ਤਰ੍ਹਾਂ ਦੀ ਬਹਾਦਰ ਔਰਤ ਜੇ ਹੈ ਪੰਜਾਬ ਦੇ ਜਿੱਦਾਂ ਕੁੜੀਆਂ ਸਾਰੀਆਂ ਬਹਾਦਰ ਹੋਣ ਨਾ, ਤਾਂ ਮੈਂ ਕਹਿੰਦੀ ਜਾਂ ਤਾਂ ਕੋਈ ਘਰ 'ਚ ਕੋਈ ਭੁੱਖਾ ਸੌਵੇ, ਹਰ ਜਿਹੜੇ ਘਰ ਦਾ ਜਿਹੜਾ ਚੁੱਲ੍ਹਾ ਜਿਹੜਾ ਬਲਦਾ ਰਹੇਗਾ ਜੇਕਰ ਤੁਸੀਂ ਮਿਹਨਤ ਕਰਕੇ ਖਾਂਦੇ ਹੋ ਤਾਂ, ਹੈ ਨਾ। ਸੋ ਤੁਸੀਂ ਬਹੁਤ ਦਲੇਰ ਔਰਤ ਹੋ, ਪਰਮਾਤਮਾ ਤੁਹਾਨੂੰ ਹੈ ਨਾ ਚੜ੍ਹਦੀ ਕਲਾ ਰੱਖੇ। ਤੁਸੀਂ ਇੱਕ ਲਿਬਾਸ ਵੀ ਮਰਦਾਂ ਵਾਲਾ ਪਾਇਆ, ਮੈਂ ਇਹ ਕਹਾਂਗੀ ਮਰਦਾਂ ਦੇ ਭੇਸ ਵਿੱਚ ਰਹਿੰਦੇ ਹੋ ਤੁਸੀਂ, ਹੈ ਨਾ। ਸੋ ਜਿਹੜੇ ਤੁਹਾਨੂੰ ਹੈਲਪ ਕਰਦੇ ਨੇ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨਾਂ ਦੀ ਰੋਟੀ ਪੱਕਦੀ ਕੀਤੀ ਹੈ। ਸੋ ਤੁਸੀਂ ਉਹਨਾਂ ਦਾ ਕੀ ਕਹਿਣਾ ਚਾਹੋਗੇ ਜਿਹੜੇ ਸਾਡੇ ਸਰੋਤੇ ਤੁਹਾਨੂੰ ਦੇਖ ਰਹੇ ਨੇ? ਬਸ ਉਹਨਾਂ ਨੂੰ ਸਰੋਤਿਆਂ ਨੂੰ ਇਹੀ ਕਹਿਣਾ ਚਾਹੁੰਦੀ ਹੈ ਕਿ ਵੀਰ ਮੇਰੇ ਹੋ ਵੀ ਮੇਰੀ ਮਾੜੀ ਮੋਟੀ ਹੋਰ ਥੋੜੀ ਜਿਹੀ ਹੈਲਪ ਕਰ ਦਿਓ, ਮੇਰਾ ਗੇਟ ਲੱਗ ਜੀ। ਅਗੇ ਭੁੱਖੇ ਮੂਹਰੇ ਬਾਤ ਪਾਈ, ਉਹ ਕਹਿੰਦਾ ਮੈਂ ਤਾਂ ਟੋਕੀ ਖਾਣਾ ਜੀ, ਹੋਰ ਤਾਂ ਕੁਛ ਖਾਣਾ ਹੀ ਨਹੀਂ ਹੈ। ਗਰੀਬ ਨੇ ਕੀ ਕਹਿਣਾ ਜੀ, ਸ਼ੁਕਰੀਆ ਕਰਨਾ ਸਭ ਦਾ, ਭੈਣ ਭਾਈ ਦਾ। ਜੇ ਕੋਈ ਵੀਰ ਹੈਲਪ ਕਰ ਦੂਗਾ ਉਦੋਂ ਚੰਗਾ, ਨਾ ਕਰੂਗਾ ਤਾਂ ਉਦੋਂ ਚੰਗਾ ਜੀ। ਹੈ ਆਹ ਵੀਰਾਂ ਨੇ 2 ਨੇ, ਇੱਕ ਭੈਣ ਜੀ ਹੈ ਤੇ ਇੱਕ ਵੀਰ ਜੀ ਹੈ, ਉਹਨਾਂ ਨੇ ਹੈਲਪ ਕੀਤੀ ਸੀ, ਮੇਰਾ ਇੰਨਾ ਕੁ ਤਾਂ ਕੰਮ ਹੋ ਗਿਆ, ਹੁਣ ਆਹ ਇਕੱਲਾ ਗੇਟ ਰਹਿ ਗਿਆ। ਹੁਣ ਮੇਰੀ ਮਾਤਾ ਜੀ ਵਿਚਾਰੀ ਬਾਹਰ ਸੌਂਦੀ ਹੈ ਜਿੱਥੇ ਹੁਣ ਮੰਜਾ ਪਿਆ ਗਾ, ਤੇ ਮੈਂ ਅੰਦਰ ਸੌਂਦੀ ਹਾਂ ਗੇਟ ਤੋਂ ਬਿਨਾਂ, ਕੀ ਕਰੀਏ ਜੀ। ਇਹ ਹੁਣ ਸਿਆਲ ਆ ਗਿਆ ਫਿਰ ਔਖਾ ਹੋ ਜਾਊਗਾ ਜੀ।
ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਹੈ। ਸ਼ੁਕਰੀਆ ਜੀ। ਸੋ ਬਿਲਕੁਲ ਜੀ, ਸਨ ਸਾਡੇ ਨਾਲ ਹਿੰਮਤ ਔਰ ਬਹਾਦਰ ਔਰਤ ਸ਼ਿੰਦਰਪਾਲ, ਜਿਨ੍ਹਾਂ ਦੇ ਵੱਲੋਂ ਜਿਹੜਾ ਆਟੋ ਚਲਾਇਆ ਜਾਂਦਾ ਹੈ ਔਰ ਵੱਖ-ਵੱਖ ਬਸਤੀਆਂ ਦੇ ਵਿੱਚ, ਤੇ ਇਹ ਵੀ ਤੁਹਾਨੂੰ ਦੱਸ ਦਿੰਦੇ ਕਿ ਛੋਟਾ ਜਿਹਾ ਘਰ ਹੈ, ਇੱਕ ਕਮਰਾ ਹੈ, ਉਹ ਵੀ ਕਿਸੇ ਦਾਨੀ ਸੱਜਣ ਦੇ ਵੱਲੋਂ ਬਣਵਾ ਕੇ ਦਿੱਤਾ ਗਿਆ। ਬਾਥਰੂਮ, ਸਿਰਫ ਇੱਕ ਬਾਥਰੂਮ ਹੈ, ਟਾਇਲਟ ਵੀ ਘਰ ਦੇ ਵਿੱਚ ਨਹੀਂ, ਬਾਥਰੂਮ ਦਾ ਦਰਵਾਜ਼ਾ ਤੱਕ ਨਹੀਂ ਹੈ। ਇਵਨ ਦੈਨ ਕਿ ਜਿਹੜਾ ਕਮਰੇ ਦੇ ਦਰਵਾਜ਼ੇ ਹੈਗੇ ਆ, ਇੱਕ ਹੈਗਾ, ਤੇ ਜਿਹੜਾ ਮੇਨ ਘਰ ਦਾ ਦਰਵਾਜ਼ਾ ਹੈ ਉਹ ਨਹੀਂ ਹੈਗਾ, ਕਿਉਂਕਿ ਰੋਡ ਤੇ ਬਿਲਕੁਲ ਬੈਠੇ ਹੋਏ ਨੇ। ਔਰ ਇੱਥੇ ਇਹ ਵੀ ਦੱਸਦੇ ਨੇ ਕਿ ਜਿਹੜੀ ਬਸਤੀ ਹੈ, ਆਲੇ ਦੁਆਲੇ ਕਾਫੀ ਗਰੀਬ ਜਿਹੜੇ ਲੋਕ ਨੇ ਉਹ ਵਸਦੇ ਨੇ, ਔਰ ਇੱਥੇ ਸੂਰ ਵੀ ਨੇ, ਜਿਹੜੇ ਆਵਾਰਾ ਪਸ਼ੂ ਜਿਨ੍ਹਾਂ ਨੂੰ ਜਿਹੜੇ ਕਿ ਲੋਕ ਦੁੱਧ ਲੈ ਕੇ ਛੱਡ ਦਿੰਦੇ ਨੇ ਉਹਨਾਂ ਨੂੰ, ਉਹ ਵੀ ਪਸ਼ੂ ਇੱਥੇ ਤੁਰੇ ਫਿਰਦੇ ਨੇ। ਔਰ ਕਦੇ ਵੀ ਕੋਈ ਨੁਕਸਾਨ ਵੀ ਹੋ ਸਕਦਾ ਕਿਉਂਕਿ ਇਸ ਬਿਲਕੁਲ ਰੋਡ ਤੇ ਬੈਠੇ ਹੋਏ ਨੇ, ਦਰਵਾਜ਼ਾ ਘਰ ਦਾ ਹੈ ਨਹੀਂ ਆ। ਪਰ ਦੂਜੇ ਪਾਸੇ ਇਹਨਾਂ ਨੂੰ ਸਲਾਮ ਵੀ ਜ਼ਰੂਰ ਹੈ, ਕਿਉਂਕਿ ਇੱਕ ਇੰਨੀ ਮਿਹਨਤੀ ਔਰਤ ਹੈ ਜਿਸ ਨੇ ਹਿੰਮਤ ਜਿਹੜੀ ਹੈ ਹਾਰੀ ਨਹੀਂ ਹੈ, ਆਪਣਾ ਖੁਦ ਦਾ ਕਮਾ ਕੇ ਖਾ ਰਹੀ ਹੈ। ਸੋ ਇਸ ਤਰ੍ਹਾਂ ਜਿਹੜੀ ਪ੍ਰੇਰਨਾ ਸਭ ਨੂੰ ਜਿਹੜੀ ਲੈਣੀ ਚਾਹੀਦੀ ਹੈ। ਔਰ ਜੇਕਰ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਜ਼ਰੂਰ ਦੱਸ ਦਿੰਦੇ ਕਿ ਬਠਿੰਡਾ ਦੇ ਬਿਲਕੁਲ ਅਮਰਪੁਰਾ ਬਸਤੀ ਹੈ, ਉੱਥੇ ਰੇਲਵੇ ਸਟੇਸ਼ਨ ਦੇ ਬਿਲਕੁਲ ਰੇਲਵੇ ਫਾਟਕ ਪੈਂਦਾ, ਉਹਦੇ ਬਿਲਕੁਲ ਫਾਟਕ ਦੇ ਨਾਲ ਹੀ ਜਿਹੜੀ ਬਸਤੀ ਪੈਂਦੀ ਹੈ। ਤੁਸੀਂ ਆ ਕੇ ਜਿਹੜਾ ਇਹਨਾਂ ਨੂੰ ਮਿਲ ਵੀ ਸਕਦੇ ਹੋ। ਤੇ ਹੁਣ ਅਸੀਂ ਬਿਲਕੁਲ ਜੀ ਆਟੋ ਦੇ ਪਿੱਛੇ ਜਿਹੜਾ ਨੰਬਰ ਲਿਖਿਆ ਹੋਇਆ, ਉਹ ਤੁਸੀਂ ਆਟੋ ਤੋਂ ਨੰਬਰ ਵੀ ਲੈ ਸਕਦੇ ਹੋ, ਇਹਨਾਂ ਦਾ ਸੰਪਰਕ ਵੀ ਕਰ ਸਕਦੇ ਹੋ ਸ਼ਿੰਦਰ ਹੁਣਾਂ ਨੂੰ। ਸੋ ਹੁਣ ਅਸੀਂ ਤੁਹਾਡੇ ਤੋਂ ਲਵਾਂਗੇ ਆਗਿਆ। ਸਹਿਯੋਗੀ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।